ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬੇਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੋਗ ਨਾ ਕੀਨੋ ਨਾਰਸਾਂ। ਐਸੇ ਲੋਕ ਅਨੇਕ ਖਸਟ ਜਤੀ ਤੁਮ ਕਿਉਂ ਕਹੇ। ਮੁਝ ਸੰਸੈ ਪਾਏਕ ਭੋਗ ਨਾ ਕੀਨੋ ਨਾਰਸਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਸੰਗਤਾਂ ਨੇ ਗ੍ਰੰਥੀ ਸਾਹਿਬਾਨ ਦੀ ਰਸਨਾ ਤੋਂ ਧੁਰ ਕੀ ਬਾਣੀ ਸੋ ਦਰ ਰਹਿ ਰਾਸ ਹੈ ਬਾਣੀ ਦੇ ਜਾਪ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੰਧਿਆ ਦੇ ਸਮੇਂ ਦੇ ਸੁੰਦਰ ਦਰਬਾਰ ਦੀਵਾਨ ਸਜ ਰਹੇ ਹੈ। ਬੇਅੰਤ ਸੰਗਤਾਂ ਨੇ ਤਿਲ ਫੁੱਲ ਭੇਟਾ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਮਨ ਇੱਛਤ ਮਨ ਭਾਉਂਦੇ ਫਲ ਪ੍ਰਾਪਤ ਕੀਤੇ ਹਨ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਜੋ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਪੜ੍ਹ ਸੁਣ ਰਹੇ ਹਾਂ ਉਸ ਪਵਿੱਤਰ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਸਤਿਗੁਰੂ ਮਹਾਰਾਜ ਜਿਹੜੇ ਹੈ ਸਿੱਧਾਂ ਤੋਂ ਵਿਦਾ ਹੋਏ ਅਤੇ ਸਿੱਧਾਂ ਤੋਂ ਵਿਦਾ ਹੋਣ ਤੋਂ ਪਹਿਲਾਂ ਜੋ ਕਿ ਪ੍ਰਾਣਨਾਥ ਵਰਗੇ ਮਹਾਨ ਸਿੱਧ ਸਨ ਨਾਥਾਂ ਵਿੱਚੋਂ ਸਨ। ਗੁਰੂ ਨਾਨਕ ਸਾਹਿਬ ਜੀ ਨਾਲ ਵਿਚਾਰ ਵਟਾਂਦਰੇ ਬਚਨ ਵਿਲਾਸ ਕੀਤੇ ਅਤੇ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਮਨ ਹੀ ਮਨ 'ਚ ਜਾਣਿਆ ਵੀ ਇਹ ਪਰਮੇਸ਼ਰ ਦਾ ਰੂਪ ਹਨ ਗੁਰੂ ਨਾਨਕ ਸਾਹਿਬ ਜੀ। ਫਿਰ ਪ੍ਰਾਣਨਾਥ
ਜਿਹੜਾ ਹੈ ਉਹ ਵਾਪਸ ਚਲਾ ਗਿਆ, ਆਪਣੇ ਸਥਾਨ 'ਤੇ ਜਾ ਕੇ ਬੈਠ ਗਿਆ। ਭਾਈ ਮਰਦਾਨਾ ਜੀ ਨੇ ਕਿਹਾ ਕਿ ਮਹਾਰਾਜ ਜੋ ਹੁਣ ਇਹ ਜੋਗੀ ਸਿੱਧ ਆਇਆ ਸੀ, ਇਹ ਬਹੁਤ ਚੰਗੇ ਸੁਭਾਅ ਵਾਲਾ ਸੀ, ਬਹੁਤ ਕੋਮਲ ਗਿਆਨ ਦੇ ਬਚਨ ਆਪ ਜੀ ਨੂੰ ਕਹੇ, ਆਪ ਜੀ ਦਾ ਸਤਿਕਾਰ ਵੀ ਕੀਤਾ ਹੈ। ਆਪ ਜੀ ਦਾ ਦਰਸ਼ਨ ਕਰਕੇ ਤੇ ਇਸ ਤਰ੍ਹਾਂ ਖੁਸ਼ ਹੋਇਆ ਹੈ ਜਿਵੇਂ ਲੰਬੇ ਸਮੇਂ ਤੋਂ ਕੋਈ ਮਿੱਤਰ ਵਿਛੜਿਆ ਹੋਵੇ ਅਤੇ ਉਹਨੂੰ ਉਹਦਾ ਮਿੱਤਰ ਮਿਲ ਜਾਵੇ ਅਤੇ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਦਾ ਇਹ ਆਪ ਜੀ ਨੂੰ ਜੋਗੀ ਮਿਲਿਆ। ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਇਹ ਮਹਾਨ ਹੈ ਪ੍ਰਾਣਨਾਥ, ਇਹਦੇ ਬਰਾਬਰ ਦਾ ਕੋਈ ਹੋਰ ਨਹੀਂ ਹੈ, ਉਹ ਹੋਰ ਕਿਸੇ ਦੀ ਐਸੀ ਗਾਥਾ ਕਥਾ ਨਹੀਂ ਹੈ ਜਿਹਦੀ ਕਹਿ ਸਕੀ, ਇਹ ਮਹਾਨ ਨਾਥ ਹੈ। ਫਿਰ ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਇਹ ਜਿਹੜੇ ਨਾਥ ਨਾਮ ਆਪ ਜੀ ਉਚਾਰਨ ਕਰਦੇ ਹੋ, ਸਭ ਦੇ ਨਾਵਾਂ ਨਾਲ ਹੀ ਨਾਥ ਲੱਗੇ ਹੋਏ, ਉਹ ਆਪ ਜੀ ਮੈਨੂੰ ਨਾਥਾਂ ਦੇ ਨਾਮ ਦੱਸੋ, ਜਤੀਆਂ ਦੇ ਨਾਮ ਦੱਸੋ, ਸਿੱਧਾਂ ਦੇ ਨਾਮ ਦੱਸੋ। ਗੁਰੂ ਸਾਹਿਬ ਜੀ ਨੇ ਫਿਰ ਉਹ ਬੜੇ ਵਿਸਥਾਰ ਨਾਲ 9 ਨਾਥਾਂ ਦੇ ਨਾਮ ਦੱਸੇ ਹੈ ਕਿ ਪ੍ਰਾਣਨਾਥ ਸਭ ਤੋਂ ਮਹਾਨ ਹੈ, ਮੰਗਲਨਾਥ, ਗੋਪੀ ਚੰਦ, 9 ਨਾਥਾਂ ਦੇ ਨਾਮ ਦੱਸ ਕੇ ਫਿਰ ਜਿਹੜੇ 6 ਜਤੀਆਂ ਦੇ ਨਾਮ ਦੱਸੇ ਹੈ, ਲਛਮਣ, ਭੀਸ਼ਮ, ਦੱਤਾਤਰੇय, ਗੋਰਖਨਾਥ ਹੋਣੀ, ਇਸ ਤਰ੍ਹਾਂ 6 ਜਤੀਆਂ ਦੇ ਨਾਮ ਦੱਸ ਕੇ ਫਿਰ ਕਿਹਾ ਵੀ ਮਰਦਾਨਿਆਂ ਜਿਹੜੇ 84 ਸਿੱਧ ਹੈ ਉਹਨਾਂ ਦੇ ਨਾਮ ਵੀ ਸੁਣੋ। 84 ਸਿੱਧਾਂ ਦੇ ਨਾਮ ਫਿਰ ਵਿਸਥਾਰ ਨਾਲ ਤਰਤੀਬਵਾਰ ਜਿਹੜੇ ਗੁਰੂ ਸਾਹਿਬ ਜੀ ਨੇ ਦੱਸੇ ਹੈ। ਜਿਵੇਂ ਮਹਾਰਾਜ ਜੀ ਨੂੰ 84 ਸਿੱਧਾਂ ਦੇ ਨਾਮ ਦੱਸੇ, ਭਾਈ ਬਾਲਾ ਜੀ ਨੂੰ ਸਭ ਯਾਦ, ਜਿਸ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਡੂਰ ਸਾਹਿਬ ਵੀ ਉਸੇ ਤਰ੍ਹਾਂ ਹੀ ਸੁਣਾਏ। ਭਾਈ ਬਾਲਾ ਵਾਲੀ ਜਨਮ ਸਾਖੀ ਵਿੱਚ ਜਿਵੇਂ ਲਿਖੇ ਹੈ ਉਸੇ ਤਰ੍ਹਾਂ ਹੀ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਲਿਖੇ ਹਨ, ਉਹ ਆਪਾਂ ਸਾਰੇ ਸਰਵਣ ਕੀਤੇ। ਫਿਰ ਸੁਣ ਕੇ ਗੁਰੂ ਸਾਹਿਬ ਜੀ ਨੇ ਸੁਣਾ ਕੇ ਕਿਹਾ ਵੀ ਭਾਈ ਮਰਦਾਨਾ ਇਹ ਸਾਰੇ 9 ਨਾਥਾਂ ਦੇ ਨਾਮ, 6 ਜਤੀਆਂ ਦੇ ਨਾਮ, 84 ਸਿੱਧਾਂ ਦੇ ਨਾਮ ਹੈ, ਵਿਚਾਰ ਲਈਏ, ਗਿਣ ਲਈਏ। ਕਹਿੰਦੇ ਮਹਾਰਾਜ ਮੈਂ ਸਾਰੇ ਨਾਮ ਸੁਣ ਲਏ, ਚੰਗੀ ਤਰ੍ਹਾਂ ਧਾਰ ਲਏ ਹੈ, ਪਰ ਜਿਹੜੇ ਆਪ ਜੀ ਨੇ ਜਤੀਆਂ ਬਾਰੇ ਕਿਹਾ ਵੀ 6 ਜਤੀ ਹੈ, ਉਹਨਾਂ ਨਾਮਾਂ ਨੂੰ ਸੁਣ ਕੇ ਮੈਨੂੰ ਇੱਕ ਸੰਸਾ ਹੋਇਆ, ਉਹ ਮੇਰਾ ਸੰਸਾ ਦੂਰ ਕਰੋ। ਜਿਸ ਕਰਕੇ ਫਿਰ ਮੈਂ ਆਪਾਂ ਅਗਲੇ ਪਾਸੇ ਜਿਹੜਾ ਅਗਲੇ ਰਸਤੇ ਮਹਾਰਾਜ ਫਿਰ ਚਰਨ ਪਾਓ, ਆਪਾਂ ਅੱਗੇ ਚੱਲਾਂਗੇ। ਉਹ ਜਿਹੜਾ ਸੰਸਾ ਹੋਇਆ ਉਹ ਸੰਸੇ ਦੀ ਨਿਵਰਤੀ ਕਰੋ। ਫਿਰ ਭਾਈ ਮਰਦਾਨਾ ਜੀ ਜਿਵੇਂ ਆਪਣਾ ਸੰਸਾ ਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਪੂਰਵਕ ਹੋ ਕੇ ਰੱਖ ਰਹੇ ਹੈ, ਉਹ ਪ੍ਰਸੰਗ ਅੱਜ ਆ ਰਹੇ ਹਨ। ਜਿਵੇਂ ਵੀ ਕਥਾ ਵਿਚਾਰ ਆ ਰਹੀ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੋਗ ਨਾ ਕੀਨੋ ਨਾਰਸੋਂ। ਭਾਈ ਮਰਦਾਨਾ ਜੀ ਆਪਣਾ ਸੰਸਾ ਰੱਖਦੇ ਹੋਏ ਕਹਿੰਦੇ ਹੈ ਕਿ ਮਹਾਰਾਜ ਇਹ ਪਹਿਲਾਂ ਮੇਰਾ ਜੋ ਸੰਸਾ ਦੂਰ ਕਰੋ, ਫਿਰ ਆਪ ਅਗਲੇ ਰਸਤੇ ਚਰਨ ਪਾਓ, ਫਿਰ ਅਗਲੇ ਪਾਸੇ ਜਾਣਾ। ਕਹਿੰਦੇ ਹੈ ਵੀ ਜਿਹੜਾ ਭੋਗ ਹੈ, ਸੰਬੰਧ ਹੈ, ਉਹ ਤੇ ਇਸਤਰੀ ਨਾਲ ਕਈਆਂ ਨੇ ਜਿਹੜਾ ਨਹੀਂ ਕੀਤਾ ਹੈ। ਐਸੇ ਲੋਕ ਅਨੇਕ। ਇਸ ਤਰ੍ਹਾਂ ਦੇ ਲੋਕ ਤੇ
ਭਾਵ ਅਨੇਕਾਂ ਹੀ ਹੈ ਜਿਨ੍ਹਾਂ ਨੇ ਸੰਬੰਧ ਨਹੀਂ ਕੀਤਾ ਇਸਤਰੀ ਅੰਗਣਾ ਨਾਲ। ਖਸਟ ਜਤੀ ਤੁਮ ਕਿਉ ਕਹੇ। ਫਿਰ ਮਹਾਰਾਜ ਆਪ ਜੀ ਨੇ ਸਿਰਫ 6 ਜਤੀ ਜਿਹੜੇ ਆ ਉਹ ਕਿਉਂ ਕਹੇ ਹਨ। ਮੁਝ ਸੰਸਾ ਪਾਏਕ। ਮੈਨੂੰ ਆ ਇੱਕ ਸੰਸਾ ਹੋਇਆ ਹੈ। ਚੌਪਈ ਸੁਨ ਸ੍ਰੀ ਗੁਰ ਨ ਬਚਨ ਉਚਾਰੇ। ਭਾਈ ਮਰਦਾਨਾ ਜੀ ਪਾਸੋਂ ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਚਨ ਕਹੇ। ਨਹੀਂ ਜਤੀ ਜੋ ਤੋਹੇ ਵਿਚਾਰੇ। ਇਹ ਭਾਈ ਮਰਦਾਨਾ ਉਹ ਜਤੀ ਨਹੀਂ ਹਨ ਜਿਹੜੇ ਤੂੰ ਵਿਚਾਰੇ ਆ ਵੀ ਜਿਨ੍ਹਾਂ ਸ਼ਾਦੀ ਨਹੀਂ ਕੀਤੀ ਹੈ ਤੇ ਉਹਨਾਂ ਸੰਬੰਧ ਕੋਈ ਨਹੀਂ ਕੀਤਾ ਹੈ ਤੇ ਉਹ ਤੂੰ ਜਤੀ ਜਿਹੜੇ ਵਿਚਾਰੇ ਉਹ ਜਤੀ ਨਹੀਂ ਹਨ। ਸਰਬ ਰਖੀਕ ਬਿੰਦ ਦਰਵ ਜਾਵੈ। ਕਿਉਂਕਿ ਇਹ ਜਿਹੜੀਆਂ ਸਾਰੀਆਂ ਇੰਦਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹਨਾਂ ਦੇ ਰਾਹੀਂ ਜਿਹੜਾ ਬਿੰਦ ਹੈ ਉਹ ਦਰਾਵੀ ਜਾਂਦਾ ਨਿਕਲ ਹੀ ਜਾਂਦਾ ਹੈ। ਜਤੀ ਸੋਏ ਕਿਤ ਤੇ ਨਾ ਗਵਾਵੈ। ਤੇ ਅਸਲ ਜਤੀ ਤੇ ਉਹ ਹੈ ਜਿਹੜਾ ਕਿਤੇ ਵੀ ਕਿਸੇ ਇੰਦਰੀ ਨਾ ਕਰਮ ਇੰਦਰੀਆਂ ਨਾ ਗਿਆਨ ਇੰਦਰੀਆਂ ਰਾਹੀਂ ਉਸ ਬਿੰਦ ਨੂੰ ਗਵਾਵੇ ਗੇਰੇ ਸੁੱਟੇ। ਨੈਣ ਰੂਪ ਪਿਖ ਰਹਿਓ ਲੁਭਾਈ। ਕਿ ਜੇਕਰ ਆ ਨੇਤਰਾਂ ਨਾਲ ਸੋਹਣਾ ਜਿਹੜਾ ਰੂਪ ਦੇ ਕੇ ਤੇ ਲੁਭਾਇਮਾਨ ਹੋ ਰਿਹਾ ਰਹੇ ਤਾਹੀ ਸਮੈ ਨੈਣ ਦਰ ਜਾਈ। ਉਸੇ ਸਮੇਂ ਜਿਹੜੇ ਨੇਤਰਾਂ ਰੂਪੀ ਦਰ ਦਰਵਾਜ਼ਾ ਹੈ ਉਹ ਨੇਤਰਾਂ ਦੇ ਦਰਵਾਜ਼ੇ ਨਾਲ ਇਹ ਬਿੰਦ ਜਿਹੜਾ ਨਿਕਲ ਜਾਂਦਾ ਹੈ। ਪੀ ਰਸ ਸੁਨ ਹੈ ਜਬ ਹੈ ਦੇ ਕਾਨਾ। ਜੇ ਜਦੋਂ ਇਹ ਮਨੁੱਖ ਕੰਨ ਦੇ ਕੇ ਇਸਤਰੀ ਦੇ ਜਿਹੜੇ ਬਚਨ ਹੈ ਬੜੇ ਪ੍ਰੇਮ ਨਾਲ ਸੁਣਦਾ ਹੈ ਕੰਨ ਦੇ ਕੇ। ਜਾਏ ਸ਼ਰਵਨ ਦਰ ਬਿੰਦ ਲੁਭਾਨਾ। ਉਹ ਗੱਲਾਂ ਨੂੰ ਸੁਣ ਕੇ ਜਦੋਂ ਲੁਭਾਇਮਾਨ ਹੋ ਜਾਂਦਾ ਹੈ ਤੇ ਜਿਹੜੇ ਕੰਨਾਂ ਰੂਪੀ ਦਰ ਦਰਵਾਜ਼ਾ ਹੈ ਇਹ ਦੁਆਰ ਹੈ ਕੰਨਾਂ ਦੇ ਦਰਵਾਜ਼ੇ ਰਾਹੀਂ ਬਿੰਦ ਜਿਹੜਾ ਨਿਕਲ ਜਾਂਦਾ ਹੈ। ਮੁਖ ਤੇ ਤਰਨੀ ਰਸ ਕੀ ਬਾਤਾ। ਮੁਖ ਤੋਂ ਜਦੋਂ ਇਸਤਰੀ ਦੀਆਂ ਬੜੀਆਂ ਪ੍ਰੇਮ ਨਾਲ ਰਸ ਲੈਣ ਵਾਲੀਆਂ ਗੱਲਾਂ ਬਾਤਾਂ। ਹਿਤ ਸੋ ਲਾਏ ਕਰਤ ਯੋਂ ਜਾਤਾ। ਬੜਾ ਹਿੱਤ ਲਾ ਕੇ ਉਹ ਗੱਲਾਂ ਜਿਹੜੀਆਂ ਕਰਦਾ ਹੈ ਇਉਂ ਵੀ ਉਹ ਜਿਹੜਾ ਚਲਿਆ ਜਾਂਦਾ ਹੈ। ਕਰਹਿ ਸਪਰਸ਼ ਅੰਗਨਾ ਅੰਗਾ। ਫਿਰ ਵੀ ਭਾਈ ਮਰਦਾਨਾ ਜਿਹੜੀ ਅੰਗਣਾ ਇਸਤਰੀ ਨਾਲ ਜਦੋਂ ਸਪਰਸ਼ ਛੂਣਾ ਕਰਦਾ ਹੈ ਤਿਹ ਬਿਦ ਜਾਵਹਿ ਬਿੰਦਨ ਸੰਗਾ। ਉਸ ਤਰੀਕੇ ਢੰਗ ਨਾਲ ਤੇ ਨਿਸੰਗ ਹੋ ਕੇ ਬਿੰਦ ਜਿਹੜਾ ਪਤਨ ਹੋ ਹੀ ਜਾਂਦਾ ਹੈ। ਦੋਹਰਾ ਅਸ਼ਟ ਬਿਦਨ ਕੋ ਭੋਗ ਹੈ। ਇਸ ਤਰ੍ਹਾਂ 8 ਤਰ੍ਹਾਂ ਦਾ ਇਹ ਸੰਬੰਧ ਹੈ। ਤਿਨ ਤੇ ਜੋ ਵਿਪਰੀਤ। ਇਹਨਾਂ 8 ਤਰ੍ਹਾਂ ਦੇ ਭੋਗ ਸੰਬੰਧਾਂ ਤੋਂ ਕਾਮ ਤੋਂ ਜਿਹੜਾ ਉਲਟਾ ਹੈ ਜਤੀ। ਪੂਰਨ ਜਤੀ ਸੋ ਜਾਣੀਏ। ਇਹ ਭਾਈ ਮਰਦਾਨਾ ਉਹਨੂੰ ਪੂਰਨ ਜਤੀ ਸਤੀ ਜਾਣ ਲਈਏ। ਲੀਨ ਕਾਮ ਤਿਹ ਜੀਤ। ਉਸ ਨੇ ਵੀ ਜਿਹੜਾ ਕਾਮ ਹੈ ਨਾ ਇਹ ਜਿੱਤ ਲਿਆ ਹੈ। ਜਿਹੜਾ ਇਹ ਨਾ ਦੇ ਕੰਨਾਂ ਰਾਹੀਂ ਉਹ ਗੱਲਾਂ ਦੇ ਸਵਾਦ ਲੈਂਦਾ ਨਾ ਅੱਖਾਂ ਰਾਹੀਂ ਰੂਪ ਦੇਖ ਲੁਭਾਇਮਾਨ ਹੁੰਦਾ ਨਾ ਮੁਖ ਰਾਹੀਂ ਉਹ ਗੱਲਾਂ ਕਰਦਾ। ਜਿਹਦਾ ਮੁਖ ਕੰਨਾਂ ਨੇਤਰਾਂ ਜਾਂ ਕਰਮ ਇੰਦਰੀ ਰਾਹੀਂ ਬਿੰਦ ਨਹੀਂ ਜਾਂਦਾ ਉਹ ਪੂਰਨ ਜਤੀ ਜਾਣ ਲਈਏ। ਜੋ ਪਈ ਖਸਟ ਜਤੀ ਹੈ ਔਰ ਨਾ ਕੋਈ। ਇਸ ਕਰਕੇ ਸਨਾਤਨ ਮਤ ਅਨੁਸਾਰ ਜਿਹੜੇ ਤੁਹਾਨੂੰ 6 ਨਾਮ ਲਛਮਣ ਆਦਿਕ ਜਣਾਏ ਹੈ ਭੀਸ਼ਮ ਦੱਤਾਤਰੇ ਆਦਿਕ 6 ਜਤੀ ਉਹ 6 ਜਤੀ ਹਨ ਪੂਰਨ ਹੋਰ ਕੋਈ ਜਤੀ ਨਹੀਂ ਹੈ। ਹਨੂਮਾਨ ਆਦਿਕ ਸਾਰੇ ਸੁਨ ਕਰ ਨਿਰਸੰਸਤਾ ਹੋਈ। ਸੁਣ ਕਰਕੇ ਭਾਈ
ਮਰਦਾਨਾ ਜੀ ਦੀ ਇਹ ਬਚਨ ਬੜੀ ਤਸੱਲੀ ਹੋਈ ਹੈ। ਪੁਨ ਮਰਦਾਨਾ ਬਚਨ ਅਲਾਵੈ। ਫਿਰ ਭਾਈ ਮਰਦਾਨਾ ਬਚਨ ਕਹਿਣ ਲੱਗਾ, ਅਗਰਜ ਚੱਲੀਏ ਜੇ ਤੁਧ ਭਾਵੈ। ਮਹਾਰਾਜ ਜੇ ਤੁਹਾਨੂੰ ਭਾਵੇ ਚੰਗਾ ਲੱਗੇ ਤੇ ਆਪ ਹੀ ਆਪਾਂ ਅੱਗੇ ਨੂੰ ਚੱਲੀਏ। ਇਨ ਤੇ ਊਚੇ ਥਾਨ ਬਸੇਖਾ। ਇਨ ਤੇ ਕਹੀਏ ਸਮੇਰ ਪਰਬਤ ਤੋਂ ਹੋਰ ਵੀ ਵਿਸ਼ੇਸ਼ ਕਰਕੇ ਜਿਹੜੇ ਉੱਚੇ ਥਾਂ ਹਨ। ਤਿਨ ਕੋ ਚਾਹਤ ਹਾਂ ਮੈਂ ਦੇਖਾ। ਮਹਾਰਾਜ ਮੈਂ ਉਹਨਾਂ ਸਥਾਨਾਂ ਨੂੰ ਜਿਹੜਾ ਦੇਖਣਾ ਚਾਹੁੰਦਾ ਹਾਂ। ਸ੍ਰੀ ਗੁਰ ਕਹਿ ਵਿਲੰਬ ਨਾ ਕੋਈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਮਰਦਾਨਿਆਂ ਅੱਗੇ ਚੱਲਣ ਦੀ ਤੇ ਕੋਈ ਦੇਰੀ ਨਹੀਂ ਹੈ। ਚੱਲ ਦੇਖੋ ਦੇਖਨ ਹਿਤ ਜੋਈ। ਜੋ ਵੀ ਦੇਖਣ ਵਾਸਤੇ ਤੂੰ ਚੱਲਣਾ ਚਾਹੁੰਦਾ ਉਹ ਚੱਲ ਤੇ ਦੇਖ ਲਾ। ਹਸ ਕਹਿ ਕਰ ਸ੍ਰੀ ਗੁਰ ਸੁਖਕਾਰੀ। ਇਸ ਤਰ੍ਹਾਂ ਕਹਿ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਸੁੱਖਾਂ ਨੂੰ ਕਰਨ ਵਾਲੇ ਹਨ। ਗਮਨ ਹੇਤ ਪੁਨ ਕੀਨੀ ਤਿਆਰੀ। ਚੱਲਣ ਵਾਸਤੇ ਸਮੇਰ ਪਰਬਤ ਤੋਂ ਤਿਆਰੀ ਕੀਤੀ ਹੈ, ਕਮਰ ਕੱਸੇ ਕਰ ਲਏ ਹਨ। ਦੇਖ ਕਰ ਗੋਪੀ ਚੰਦ ਬਖਾਨਾ। ਕਿ ਮਹਾਰਾਜ ਚੱਲੇ ਐ। ਇਸ ਤਰ੍ਹਾਂ ਵੇਖ ਕਰਕੇ ਗੋਪੀ ਚੰਦ ਜਿਹੜਾ ਨੌ ਨਾਥਾਂ ਵਿੱਚੋਂ ਉਸਨੇ ਕਿਹਾ, ਮੰਗਲ ਨਾਥ ਸੁਨਹਾ ਦੇ ਕਾਨਾ। ਐ ਵੀ ਮੰਗਲ ਨਾਥ ਜੋਗੀ ਮਹਾਨ ਤੂੰ ਕੰਨ ਦੇ ਕੇ ਸੁਣ, ਧਿਆਨ ਦੇ ਕੇ ਸੁਣ ਬਚਨ ਮੇਰਾ। ਨਾਨਕ ਤਪਾ ਚਲਨ ਭੇ ਤਿਆਰੂ। ਜੋ ਗੁਰੂ ਨਾਨਕ ਸਾਹਿਬ ਜੀ ਤਪਾ ਹਨ ਉਹ ਇੱਥੇ ਸਾਡੇ ਕੋਲੋਂ ਚੱਲਣ ਵਾਸਤੇ ਤਿਆਰ ਹੋ ਗਏ ਐ। ਚਲਹੁ ਆਪ ਕੀਜੈ ਸਤਿਕਾਰੂ। ਤੁਸੀਂ ਸਾਡੇ ਨਾਲ ਜਿਹੜਾ ਚੱਲੋ ਤੇ ਆਪਾਂ ਵੀ ਮਹਾਰਾਜ ਦਾ ਆਦਰ ਸਨਮਾਨ ਕਰੀਏ। ਜੇ ਤੁਮ ਕਹੇ ਰਹਿ ਇਹ ਥਾਈ। ਜੇ ਮੰਗਲਨਾਥ ਤੇਰੇ ਕਹੇ ਤੇ ਇਸੇ ਥਾਂ ਹੀ ਗੁਰੂ ਨਾਨਕ ਸਾਹਿਬ ਰਹਿ ਪੈਣ। ਜਾਂ ਤੇ ਨੀਕੀ ਅਪਰ ਨਾ ਕਾਈ। ਇਸ ਤੋਂ ਤੇ ਕੋਈ ਹੋਰ ਚੰਗੀ ਗੱਲ ਹੋ ਹੀ ਨਹੀਂ ਸਕਦੀ। ਜੇ ਤੇਰੇ ਕਹੇ ਤੇ ਗੁਰੂ ਨਾਨਕ ਸਾਹਿਬ ਇੱਥੇ ਸਮੇਰ ਪਰਬਤ ਤੇ ਰਹਿ ਜਾਣ। ਜਿਨ ਕੇ ਬਚਨ ਗਿਆਨ ਮਹਿ ਭੀਨੇ। ਜਿਨ੍ਹਾਂ ਦੇ ਆ ਵੀ ਮੰਗਲਨਾਥ ਗਿਆਨ ਵਿੱਚ ਬਚਨ ਭਿੱਜੇ ਲੀਨ ਹੋਏ ਸਨਾਥ ਤਿਹ ਸੰਗਤ ਕੀਨੇ। ਉਹਨਾਂ ਦੀ ਸੰਗਤ ਕੀਤਿਆਂ ਜਿਹੜਾ ਸਨਾਥ ਕਹੀਏ ਸਫਲ ਹੋ ਜਾਈਦਾ ਹੈ। ਉਹਨਾਂ ਦੀ ਸੰਗਤ ਕੀਤਿਆਂ ਨਿਹਾਲ ਹੋਈ ਜਾਈਦਾ ਹੈ। ਕਹਿਤ ਪਰਸ ਪਰ ਬਚਨ ਬਿਲਾਸੂ। ਐਵੇਂ ਗੋਪੀ ਚੰਦ ਨੇ ਕਿਹਾ ਸਮਝ ਲਓ, ਜਾਂ ਜਿਹੜਾ ਹੈ ਮੰਗਲਨਾਥ ਨੇ ਗੋਪੀ ਚੰਦ ਨੂੰ ਕਿਹਾ ਵੀ ਜਿਨ੍ਹਾਂ ਦੇ ਬਚਨ ਗਿਆਨ ਵਿੱਚ ਲੀਨ ਹੈ, ਭਿੱਜੇ ਹੁੰਦੇ ਹੈ, ਤੇ ਉਹਨਾਂ ਦੀ ਸੰਗਤ ਕੀਤਿਆਂ ਨਿਹਾਲ ਹੋ ਜਾਈਦਾ ਹੈ। ਇਸ ਤਰ੍ਹਾਂ ਗੋਪੀ ਚੰਦ ਤੇ ਮੰਗਲਨਾਥ ਸਿੱਧ ਆਪਣੇ ਵਿੱਚ ਹੀ ਬਚਨ ਬਿਲਾਸ ਕਹਿ ਰਹੇ ਸਨ। ਚੱਲ ਆਏ ਸ੍ਰੀ ਗੁਰ ਕੇ ਪਾਸੂ। ਕਹਿੰਦੇ ਹੋਏ ਆਪੋ ਵਿੱਚ ਹੀ ਬਚਨ ਬਿਲਾਸ ਫਿਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਸਨ ਉਹ ਪਾਸ ਕੋਲ ਆਏ। ਘੁੱਗੂ ਨਾਥ ਸੋ ਮੰਗਲ ਨਾਥਾ। ਘੁੱਗੂ ਨਾਥ ਨੌ ਨਾਥਾਂ ਵਿੱਚੋਂ ਤੇ ਮੰਗਲਨਾਥ। ਪ੍ਰਾਨ ਨਾਥ ਆਵਾ ਹਿਤ ਸਾਥਾ। ਬੜੇ ਪ੍ਰੇਮ ਦੇ ਨਾਲ ਹਿਤ ਦੇ ਨਾਲ ਪ੍ਰਾਣਨਾਥ ਵੀ ਆ ਗਿਆ ਹੈ। ਭਰਥਰ ਗੋਪੀ ਚੰਦ ਸੁਜਾਨਾ। ਭਰਥਰ ਨਾਥ ਗੋਪੀ ਚੰਦ ਬੜਾ ਸੁਗੜ ਸਿਆਣਾ। ਬੈਠ ਸਮੀਪਹਿ ਪ੍ਰੇਮ ਮਹਾਨਾ। ਬਹੁਤ ਪ੍ਰੇਮ ਪਿਆਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜੇ ਹੋ ਕੇ ਬੈਠ ਗਏ। ਹਾਥ ਬੰਦ ਕੈ ਭਜਨ ਅਲਾਏ। ਦੋਵੇਂ ਹੱਥ ਜੋੜ ਕੇ ਨਾ ਸਿੱਧਾ ਪ੍ਰਾਣਨਾਥ ਹੋਣਾ ਨੇ ਬਚਨ ਕਹੇ। ਰਹੋ ਇਹਾ ਕਿਉ ਤਪਾ ਸਦਾਏ। ਐ ਗੁਰੂ ਨਾਨਕ ਸਾਹਿਬ ਤਪਾ ਜੀ ਇੱਥੇ ਹੀ ਰਹੋ, ਸਾਡੇ ਕੋ ਸਮੇਰ ਪਰਬਤ ਤੇ
ਤੁਸੀਂ ਕਿਉਂ ਚੱਲੇ ਹੋ? ਸਿੱਧ ਮੰਡਲੀ ਕਰਹੁ ਸਨਾਥਾ। ਇੱਥੇ ਰਹਿ ਕਰਕੇ ਸਾਡੇ ਕੋਲ ਸਾਡੀ ਸਿੱਧਾਂ ਦੀ ਮੰਡਲੀ ਟੋਲੀ ਨੂੰ ਤੁਸੀਂ ਦਰਸ਼ਨ ਦੇ ਕੇ ਨਿਹਾਲ ਕਰੋ ਜੀ। ਵੈਸੇ ਕਰਹੁ ਨਿਰੰਜਨ ਗਾਥਾ। ਸਾਡੇ ਵਿੱਚ ਬੈਠੇ ਹੋਏ ਜੋ ਸ਼ੁੱਧ ਸਰੂਪ ਪਰਮੇਸ਼ਰ ਹੈ ਉਹਦੀ ਗਾਥਾ ਕਥਾ ਕਰਨੀ ਕਰੋ। ਇੱਥੇ ਵਿਚਾਰ ਵਟਾਂਦਰੇ ਕਰੋ ਮਿਲ ਜੁਲ ਕੇ। ਦੋਹਰਾ ਨਹ ਤੁਮ ਕੋ ਜੰਜਾਰ ਕਛ। ਐ ਨਾਨਕ ਤਾਬਾ ਜੀ ਤੁਹਾਨੂੰ ਤੇ ਕੋਈ ਜਿਹੜਾ ਹੈ ਕਿਸੇ ਕਿਸਮ ਦਾ ਜੰਜਾਲ ਨਹੀਂ ਹੈ ਮੋਹ ਮਮਤਾ ਦਾ। ਰਹਿਓ ਨਾ ਕੋ ਕਾਜ। ਸੰਸਾਰ ਦੇ ਜਿਹੜੇ ਕੰਮ ਧੰਦੇ ਹੈ ਉਹਨਾਂ ਨਾਲ ਵੀ ਤੁਹਾਨੂੰ ਕੋਈ ਕੰਮ ਨਹੀਂ ਰਿਹਾ। ਸੰਸਾਰ ਦੇ ਵੱਲੋਂ ਵੀ ਤੁਸੀਂ ਮੁੱਖ ਮੋੜਿਆ ਹੋਇਆ ਹੈ। ਦਰਸ਼ਨ ਦੀਜਾ ਲੀਜੀਏ। ਇੱਥੇ ਹੀ ਰਹਿ ਕਰਕੇ ਤੇ ਜਿਹੜਾ ਹੈ ਸਾਧਾਂ ਸੰਤਾਂ ਜਿਹੜੇ ਕੋਈ ਰਹਿੰਦੇ ਸਥਾਨ ਤੇ ਉਹਨਾਂ ਦਾ ਦਰਸ਼ਨ ਪ੍ਰਾਪਤ ਕਰੀਏ ਤੇ ਆਪਣਾ ਵੀ ਦਰਸ਼ਨ ਦੇਣਾ ਕਰੀਏ ਸਭ ਨੂੰ। ਰਹੋ ਸਮੇਰ ਬਿਰਾਜ। ਸੁਮੇਰ ਪਰਬਤ ਤੇ ਵਿਰਾਜਮਾਨ ਟਿਕ ਕਰਕੇ ਰਹਿਣਾ ਕਰੋ ਜੀ। ਜੋ ਪਈ ਸ੍ਰੀ ਨਾਨਕ ਸੁਨ ਬੈਨ ਉਚਾਰਾ। ਸਿੱਧਾਂ ਪਾਸੋਂ ਸੁਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ। ਔਰ ਨਹੀਂ ਕਹੋ ਮੈਂ ਜੰਜਾਰਾ। ਮਹਾਰਾਜ ਕਹਿੰਦੇ ਐ ਵੀ ਇਹ ਸਿੱਧੋ ਸਾਨੂੰ ਤੇ ਜਿਹੜਾ ਹੈ ਨਾ ਹੋਰ ਤੇ ਕੋਈ ਔਰ ਨਹੀਂ ਕੋ ਹਮੇ ਜੰਜਾਰਾ। ਸਾਨੂੰ ਹੋਰ ਤੇ ਕੋਈ ਜੰਜਾਲ ਹੈ ਹੀ ਨਹੀਂ ਹੈ। ਦਰਸ਼ਨ ਸੰਤਨ ਕੋ ਹਿਤ ਮੇਰੇ। ਬਸ ਜਿਹੜੇ ਆ ਪਰਮੇਸ਼ਰ ਦੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤ ਹੈ ਉਹਨਾਂ ਦਾ ਦਰਸ਼ਨ ਕਰਨ ਵਾਸਤੇ ਹਿਤ ਹੈ ਸਾਡਾ ਪ੍ਰੇਮ ਹੈ। ਜਿਨ ਸੰਗਤ ਮਹਿ ਸਭ ਸੁਖ ਹੇਰੇ। ਜਿਨ੍ਹਾਂ ਸੰਤਾਂ ਦੀ ਸੰਗਤ ਦੇ ਵਿੱਚ ਸਾਰੇ ਸੁਖ ਦੇਖੇ ਜਾਂਦੇ। ਆਸਨ ਬੈਸਨ ਹਮ ਤੇ ਛੂਟਾ। ਜਿਹੜਾ ਹੈ ਨਾ ਆਸਣ ਇੱਕ ਥਾਂ ਟੇਕ ਕੇ ਬੈਠਣਾ ਆਸਣ ਲਾ ਕੇ ਇਹ ਤੇ ਸਿੱਧੋ ਨਾਥੋ ਸਾਡੇ ਤੋਂ ਛੁੱਟਾ ਹੀ ਹੈ ਛੱਡਿਆ ਹੋਇਆ ਸਾਂ। ਸਤਿਗੁਰ ਪਰਸਤ ਬੰਧਨ ਟੂਟਾ। ਸਤਿਗੁਰੂ ਜੋ ਪਰਮੇਸ਼ਰ ਅਕਾਲ ਪੁਰਖ ਹੈ ਉਹਨਾਂ ਦੇ ਚਰਨ ਪਰਸ ਕੇ ਮੂਲ ਮੰਤਰ ਲੈ ਕੇ ਸਾਰੇ ਬੰਧਨ ਤੋੜੇ ਹੋਏ ਹੈ। ਨਿਰੰਕਾਰ ਪਰ ਡੀਠ ਹਮਾਰੀ। ਸਾਡੀ ਜਿਹੜੀ ਨਜ਼ਰ ਹੈ ਨਿਗਾਹ ਹੈ ਉਹ ਤੇ ਜੋ ਆਕਾਰ ਤੋਂ ਰਹਿਤ ਨਿਰੰਕਾਰ ਪਰਮੇਸ਼ਰ ਹੈ ਉਸ ਉੱਪਰ ਹੀ ਲੱਗੀ ਹੋਈ ਹੈ। ਛੂਟ ਗਈ ਸਭ ਆਪਣੀ ਧਾਰੀ। ਆਪਣੀ ਧਾਰੀ ਜਿਹੜੀ ਕੋਈ ਹਉਮੈ ਸੀ ਨਾ ਆਪਣੇ ਪਾਪਾ ਭਾਵ ਉਹ ਤੇ ਸਭ ਛੁੱਟ ਗਿਆ ਹੈ। ਨਜ਼ਰ ਇੱਕ ਪਰਮੇਸ਼ਰ ਤੇ ਲੱਗੀ ਹੈ। ਨਹੀਂ ਦ੍ਰਿਸ਼ਟ ਜਾਵਹਿ ਕਿਨ ਆਨਾ। ਕਿ ਜਿਹੜਾ ਵੀ ਕਿਸੇ ਹੋਰ ਤੇ ਜਿਹੜੀ ਦ੍ਰਿਸ਼ਟੀ ਸਾਡੀ ਜਾਂਦੀ ਨਹੀਂ ਹੈ। ਅਟਕੀ ਸ੍ਰੀ ਕਰਤਾਰ ਸਥਾਨਾ। ਸ਼੍ਰੋਮਣੀ ਜੋ ਕਰਤਾਰ ਪਰਮੇਸ਼ਰ ਦਾ ਸੱਚਖੰਡ ਸਥਾਨ ਹੈ ਬਸ ਉਸੇ ਉੱਪਰ ਹੀ ਲੱਗੀ ਹੈ ਸਾਡੀ ਦ੍ਰਿਸ਼ਟੀ। ਤਿਹ ਪਗ ਲੱਗਿਓ ਪ੍ਰੇਮ ਮਨ ਮੇਰੇ। ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਜਿਹੜਾ ਮੇਰੇ ਮਨ ਦਾ ਪ੍ਰੇਮ ਲੱਗਿਆ ਹੋਇਆ ਹੈ ਸਿੱਧੋ ਨਾਥੋ। ਸਾਤ ਨਾ ਆਵਤ ਤਿਨ ਬਿਨ ਹੇਰੇ। ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕੀਤੇ ਤੋਂ ਬਿਨਾ ਉਹਦੇ ਚਰਨ ਪਰਸੇ ਤੋਂ ਬਿਨਾ ਸਾਨੂੰ ਤੇ ਸ਼ਾਂਤੀ ਨਹੀਂ ਆਉਂਦੀ। ਦੋਹਰਾ ਬੋਲਿਓ ਮੰਗਲ ਨਾਥ ਤਬ। ਉਸ ਵੇਲੇ ਜੋ ਮੰਗਲ ਨਾਥ ਹੈ ਉਹ ਬੋਲਿਆ ਹੈ। ਰਾਵਰ ਹੀ ਕਰਤਾਰ। ਜਿਸ ਮੰਗਲ ਨਾਥ ਦੀ ਗਿਆਨ ਦੀ ਅੱਖ ਖੁੱਲੀ ਹੋਈ ਸੀ ਕਹਿਣ ਲੱਗਾ ਮਹਾਰਾਜ ਰੱਬ ਕੋਈ ਹੋਰ ਥੋੜੀ ਹੈ ਤੁਸੀਂ ਆਪ ਹੀ ਰੱਬ ਹੋ। ਤੁਮਰੋ ਦਰਸ ਦੁਲੰਭ ਹੈ। ਤੁਹਾਡਾ ਜਿਹੜਾ ਦਰਸ਼ਨ ਉਹ ਤੇ ਬੜਾ ਦੁਲੰਭ ਹੈ ਮੁਸ਼ਕਲ ਨਾਲ ਹੀ ਮਿਲਦਾ ਹੈ। ਹਮ ਯੋਂ ਕਰਤ ਉਚਾਰ। ਅਸੀਂ ਤੇ ਸਾਰੇ ਨਾਥ ਸਿੱਧ ਮਿਲ ਜੁਲ ਕੇ ਹੀ ਕਹਿਣਾ ਕਰਦੇ ਹਾਂ ਵੀ ਤੁਹਾਡਾ ਜਿਹੜਾ ਦਰਸ਼ਨ ਬੜਾ ਦੁਰਲੱਭ ਹੈ ਮੁਸ਼ਕਲ ਨਾਲ ਹੀ ਮਿਲਦਾ ਹੈ। ਜੋ ਪਈ
ਤੁਮ ਸਮੀਪ ਜੋ ਬੀਤਹਿ ਕਾਲਾ। ਤੁਹਾਡੇ ਕੋਲ ਰਹਿੰਦਿਆਂ ਹੋਇਆ ਜਿਹੜਾ ਸਮਾਂ ਵੀ ਸਾਡਾ ਬੀਤੇ ਲੰਘੇਗਾ, ਸੋ ਹਮ ਜਾਣਹਿ ਸਫਲ ਵਿਸਾਲਾ। ਗੁਰੂ ਨਾਨਕ ਸਾਹਿਬ ਤਪਾ ਜੀ ਉਹ ਤੇ ਅਸੀਂ ਜਿਹੜਾ ਨਾ ਸਮਾਂ ਮਹਾਨ ਹੀ ਸਫਲ ਜਾਣਾਂਗੇ। ਕਰੁਣਾ ਕਰ ਕੁਛ ਕਾਲ ਰਹੀਜੈ। ਕਿਰਪਾ ਕਰਕੇ ਮਹਾਰਾਜ ਕੁਝ ਸਮਾਂ ਤੇ ਸਾਡੇ ਕੋਲ ਰਹਿਣਾ ਹੀ ਕਰੀਏ। ਹੁਣ ਜਾਵਨ ਕੀ ਇੱਛਾ ਦੀਜੈ। ਕੀਜੈ ਫਿਰ ਜਿਹੜਾ ਜਿੱਥੇ ਜਾਣ ਦੀ ਇੱਛਾ ਹੋਊਗੀ ਉਹ ਮਹਾਰਾਜ ਤੁਸੀਂ ਕਰ ਲਈਏ। ਸੁਨ ਸ੍ਰੀ ਨਾਨਕ ਬਚਨ ਉਚਾਰੇ। ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਬਚਨ ਕਹੇ, ਤੁਮ ਸਭ ਮੇਰੇ ਪ੍ਰਾਨਨ ਪਿਆਰੇ। ਮਹਾਰਾਜ ਕਹਿੰਦੇ ਵੀ ਸਿੱਧੋ ਠੀਕ ਹੈ ਵੀ ਆਪੋ ਵਿੱਚ ਚਰਚਾ ਚਲੋ ਹੋਈ ਹੈ, ਫਿਰ ਵੀ ਤੁਸੀਂ ਸਾਨੂੰ ਬੜੇ ਪਿਆਰੇ ਹੋ, ਸਾਡੇ ਪ੍ਰਾਣਾ ਤੋਂ ਵੱਧ ਪਿਆਰੇ ਹੋ ਤੁਸੀਂ ਸਾਨੂੰ। ਸਿੱਧਨਾਥ ਹੋਏ ਮੇਲ ਪੁਨ ਕੇਤਿਕ ਕਾਲਾ। ਕੁਝ ਸਮੇਂ ਬਾਅਦ ਫਿਰ ਜਿਹੜਾ ਆਪਣਾ ਮੇਲ ਹੋਏਗਾ। ਅਬ ਜਾਵਨ ਕੋ ਕਾਜ ਵਿਸਾਲਾ। ਹੁਣ ਤੇ ਸਾਡੇ ਜਾਣ ਦਾ ਜਿਹੜਾ ਬੜਾ ਮਹਾਨ ਹੀ ਤਕੜਾ ਹੀ ਕੰਮ ਹੈ, ਬਹੁਤ ਜ਼ਰੂਰੀ ਕੰਮ ਹੈ, ਸਾਨੂੰ ਜਾਣਾ ਹੀ ਬਣਦਾ ਹੈ। ਕਰਹੁ ਦਇਆ ਆਇਸ ਅਬ ਦੀਜੈ। ਇਸ ਕਰਕੇ ਵੀ ਪ੍ਰਾਣਨਾਥ ਮੰਗਲਨਾਥ ਗੋਪੀ ਚੰਦ ਸਿੱਧੋ ਨਾਥੋ ਆ ਦਇਆ ਕਰੋ ਤੇ ਸਾਨੂੰ ਜਾਣ ਦੀ ਆਗਿਆ ਦੇ ਦਈਏ। ਹਾਂ ਗਮਨੋ ਨਿਜ ਖੁਸ਼ੀ ਸੋਧ ਕੀਜੈ। ਆਪਣੀ ਖੁਸ਼ੀ ਕਰੋ, ਖੁਸ਼ੀ ਨਾਲ ਸਾਨੂੰ ਆਗਿਆ ਦਿਓ, ਅਸੀਂ ਚੱਲਣਾ ਕਰੀਏ। ਮੰਗਲ ਆਦ ਸਰਬ ਸਿਧ ਭਾਖਾ। ਉਸ ਵੇਲੇ ਮੰਗਲਨਾਥ ਆਦ ਗੋਪੀ ਚੰਦ ਸਾਰੇ ਸਿੱਧ ਕਹਿਣ ਲੱਗੇ। ਦੇਖੋ ਤਪਾ ਜਹਾਂ ਤੁਮ ਕਾਖਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤਪਾ ਜੀ ਸਾਡਾ ਤੁਹਾਡੇ ਅੱਗੇ ਕੀ ਜ਼ੋਰ ਹੈ, ਅਸੀਂ ਤੁਹਾਨੂੰ ਮਹਾਰਾਜ ਕੀ ਕਹਿ ਸਕਦੇ ਹਾਂ। ਦੇਖੋ ਜਿੱਥੇ ਵੀ ਤੁਹਾਡੀ ਜਾਣ ਦੀ ਇੱਛਾ ਹੈ ਉੱਥੇ ਵਿਚਰੋ ਜਾਓ। ਦੋਹਰਾ ਖੁਸ਼ੀ ਨਿਰੰਜਨ ਕੀ ਸਦਾ। ਜੋ ਨਿਰੰਜਨ ਪਰਮੇਸ਼ਰ ਹੈ ਉਸ ਦੀ ਤੇ ਤੁਹਾਡੇ ਉੱਪਰ ਸਦਾ ਹੀ ਖੁਸ਼ੀ ਹੈ। ਖੇਲੋ ਜਿਤ ਹੋਏ ਚਾਹੇ। ਜਿੱਧਰ ਤੁਹਾਡੀ ਚਾਹਨਾ ਖਾਹਿਸ਼ ਹੈ ਉਧਰ ਹੀ ਮਹਾਰਾਜ ਖੇਲੋ ਵਿਚਰੋ। ਸਭ ਤੁਮਰੇ ਅਸਥਾਨ ਹੈ। ਸਾਰੇ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਹੀ ਸਥਾਨ ਹੈ। ਦੂਸਰ ਦੀਸਤ ਨਾਹੇ। ਦੂਸਰਾ ਦੇ ਸਾਨੂੰ ਕੋਈ ਦਿਸਦਾ ਨਹੀਂ ਵੀ ਦੂਸਰੇ ਥਾਂ ਦਾ ਮਾਲਕ ਕੋਈ ਹੋਰ ਹੈ। ਸਾਰੇ ਮਹਾਰਾਜ ਤੁਹਾਡੇ ਸਥਾਨ ਹੈ, ਤੁਸੀਂ ਮਾਲਕ ਹੋ ਸਾਰੇ ਥਾਵਾਂ ਦੇ। ਚੌਪਈ ਠਾਂਡੇ ਹੋਇ ਕਰ ਪੰਕਜ ਬਦਨਾ। ਜਿੱਦਾਂ ਸਤਿਗੁਰਾਂ ਦਾ ਮੁਖ ਕਵਲ ਦੀ ਨਿਆਈ ਬੜਾ ਕੋਮਲ ਲਾਲ ਸੁਰਖ ਹੈ, ਇਵੇਂ ਖੜੇ ਹੋ ਕਰਕੇ ਵਿਦਾ ਹੋਣ ਲਾਗਾ ਸੁਖ ਸਦਨਾ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਇਹਨਾਂ ਸਿੱਧਾਂ ਦੇ ਪਾਸੋਂ ਵਿਦਾ ਹੋਣ ਲੱਗੇ ਐ। ਮਿਲ ਸਭ ਸੋ ਆਦੇਸ ਅਲਾਈ। ਉਸ ਵੇਲੇ ਸਾਰੇ ਸਿੱਧਾਨਾਥ ਹੀ ਮਿਲ ਜੁਲ ਕੇ ਮਹਾਰਾਜ ਜੀ ਨੇ ਮਿਹਰ ਦੀ ਨਜ਼ਰ ਨਾਲ ਸਾਰੇ ਸਿੱਧਾਨਾਥਾਂ ਨੂੰ ਦੇਖਿਆ ਹੈ ਤੇ ਦੇਖਦਿਆਂ ਹੋਇਆਂ ਸਭ ਨੂੰ ਆਦੇਸ਼ ਕਹੀ ਹੈ ਵੀ ਸਿੱਧੋ ਨਾਥੋਂ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਹੈ, ਆਦੇਸ਼ ਹੈ। ਕਰ ਹੈ ਪ੍ਰੇਮ ਹਿਰਦਾ ਜਗ ਰਾਏ। ਜਗਤ ਦੇ ਜੋ ਰਾਜਾ ਰੂਪ ਹੈ ਗੁਰੂ ਨਾਨਕ ਸਾਹਿਬ ਜੀ ਹਿਰਦੇ ਕਰਕੇ ਬਹੁਤ ਇਹਨਾਂ ਸਿੱਧਾਂ ਨਾਲ ਪ੍ਰੇਮ ਕਰਦੇ ਪਏ ਹੈ। ਉਧਰੋਂ ਹਿਰਦੇ ਵਿੱਚ ਉਹ ਵੀ ਬਹੁਤ ਪ੍ਰੇਮ ਕਰ ਰਹੇ ਮਹਾਰਾਜ ਜੀ ਦਾ। ਮੰਗਲ ਪ੍ਰਾਨਨਾਥ ਲੋਹਰੀ ਪਾ। ਮੰਗਲਨਾਥ ਪ੍ਰਾਨਨਾਥ ਲੋਹਰੀ ਪਾ ਸਿੱਧ। ਚੱਲ ਕਰ ਆਏ ਸਰਬ ਸਮੀਪਾ। ਚੱਲ ਕਰਕੇ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੀ ਆਏ ਐ। ਗੋਪੀ ਚੰਦ ਆਦ ਹੈ ਜੇਤੇ। ਗੋਪੀ ਚੰਦ ਨਾਥ ਆਦਿਕ ਹੋਰ ਜਿੰਨੇ ਵੀ ਸਿੱਧ ਹਨ। ਮਿਲ ਕਰ ਹਰਖੇ ਜੇ ਗੁਰ ਬੇਤੇ। ਜਿਹੜੇ ਗੁਰੂ ਨੂੰ ਪਛਾਣਨ ਵਾਲੇ ਜਾਣਨ ਵਾਲੇ ਸਨ ਨਾ ਕਿ ਗੁਰੂ ਨਾਨਕ ਸਾਹਿਬ ਜੀ ਤੇ ਪਰਮੇਸ਼ਰ ਰੂਪ ਹੈ। ਸਾਰੇ ਗੋਪੀ ਚੰਦ ਪ੍ਰਾਣਨਾਥ ਮੰਗਲਨਾਥ
ਇਹ ਮਿਲ ਕਰਕੇ ਬਹੁਤ ਖੁਸ਼ ਹੋਏ ਐ। ਦੇਖਹਿ ਚੰਦਰ ਬਦਨ ਕੀ ਓਰਾ। ਗੁਰੂ ਸਾਹਿਬ ਜੀ ਦਾ ਜਿਹੜਾ ਪੂਰਨਮਾਸ਼ੀ ਦੇ ਚੰਦਰਮਾ ਵਰਗਾ ਮੁਖ ਹੈ, ਉਸ ਮੁਖ ਵਾਲੇ ਸਾਰੇ ਦੇਖ ਰਹੇ ਐ। ਸਭਨੇ ਲੋਚਨ ਕੀਨ ਚਕੋਰਾ। ਸਾਰਿਆਂ ਸਿੱਧਾ ਨਾਥਾਂ ਨੇ ਆਪਣੇ ਜਿਹੜੇ ਨੇਤਰ ਹੈ ਉਹ ਚਕੋਰੀ ਕੀਤੇ ਹੋਏ ਐ। ਬੰਦਨ ਕਰਹਿ ਚਰਨ ਅਰਬਿੰਦਾ। ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਹੈ ਬੜੇ ਪਵਿੱਤਰ, ਉਹਨਾਂ ਉੱਪਰ ਆ ਕੇ ਸਾਰੇ ਨਮਸਕਾਰਾਂ ਕਰ ਰਹੇ ਹੈ, ਮੱਥੇ ਟੇਕ ਰਹੇ ਹਨ। ਮਨ ਆਪਣੇ ਜਿਨ ਕੀਨ ਮਲੰਦਾ। ਜਿਨ੍ਹਾਂ ਸਿੱਧਾ ਨਾਥਾਂ ਨੇ ਆਪਣੇ ਮਨਾਂ ਨੂੰ ਆ ਭੌਰੇ ਦੀ ਨਿਆਈ ਕੀਤਾ ਹੋਇਆ ਹੈ। ਸਾਦਰ ਕੇ ਬਚ ਸੁਨੇ ਸੁਨਾਏ। ਬੜੇ ਆਦਰ ਸਨਮਾਨ ਦੇ ਮਹਾਰਾਜ ਦੇ ਬਚਨ ਸੁਣੇ ਐ, ਆਦਰ ਸਨਮਾਨ ਦੇ ਆਪਣੇ ਬਚਨ ਸੁਣਾਏ ਐ ਸਿੱਧਾਂ ਨੇ। ਅਗਰਜ ਸੰਗ ਚਲੇ ਪਹੁੰਚਾਏ। ਅੱਗੇ ਤੱਕ ਨਾਲ ਮਹਾਰਾਜ ਦੇ ਚੱਲੇ ਐ, ਬੜੀ ਦੂਰ ਤੱਕ ਪਹੁੰਚਾਇਆ, ਨਾਲ ਹੀ ਗਏ ਐ। ਕਰਤ ਪ੍ਰੇਮ ਸਭ ਸਿੱਧ ਹਟਾਏ। ਸਿੱਧਨਾਥ ਦੇ ਇੰਨਾ ਮਹਾਰਾਜ ਨੂੰ ਪ੍ਰੇਮ ਕਰ ਰਹੇ ਐ, ਪਿੱਛੇ ਹਟ ਹੀ ਨਹੀਂ ਰਹੇ, ਮੁੜ ਹੀ ਨਹੀਂ ਰਹੇ। ਮਹਾਰਾਜ ਜੀ ਨੇ ਕਹਿ ਕਰਕੇ ਪ੍ਰੇਮ ਸਾਰਿਆਂ ਨਾਲ ਕਰਦੇ ਹੋਏ ਸਾਰੇ ਸਿੱਧੇ ਹਟਾਏ ਆ, ਮੋੜੇ ਐ। ਆਗੇ ਪਨ ਸ੍ਰੀ ਗੁਰੂ ਸਦਾਏ। ਅਹਿਰ ਜਿਹੜਾ ਸੁਮੇਰ ਪਰਬਤ ਹੈ, ਇਹ ਤੋਂ ਅੱਗੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਚੱਲੇ ਹਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ। ਸਿੱਧਨ ਤੇ ਵਿਦਾ ਹੋਣ ਪ੍ਰਸੰਗ। ਵਰਣਨ ਨਾਮ 64ਵਾਂ ਅਧਿਆਏ। 64ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 64 ਅਧਿਆਏ ਉਹ ਸਮਾਪਤ ਹੋ ਗਏ ਹਨ। ਦੋਹਰਾ ਹਿਰਦੈ ਪਦਾਰਥ ਚਾਹੇ ਜੇ। ਅਗਲਾ ਪ੍ਰਸੰਗ ਆਰੰਭ ਕਰਨ ਵੇਲੇ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਮਹਾਨਤਾ ਦਾ ਮੰਗਲ ਕਰ ਰਹੇ ਹੈ। ਕਹਿੰਦੇ ਵੀ ਆਪਣੇ ਮਨ ਨੂੰ ਹੀ ਕਹਿ ਰਹੇ, ਹੇ ਮਨਾ ਜਾਂ ਅਥਵਾ ਹੇ ਜੀਵ, ਜੇ ਤੂੰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਤੈਨੂੰ ਚਾਹਨਾ ਹੈ, ਚਾਹੁੰਦਾ ਹੈ, ਆਪਣੇ ਮਨ ਨੂੰ ਵੀ ਕਹਿ ਰਹੇ ਤਥਾ ਜੀਵ ਨੂੰ ਵੀ, ਅੰਦਰਲੇ ਨੂੰ, ਤੇ ਨਾਲ ਹੀ ਜਿਹੜੇ ਕਥਾ ਸੁਣਨ ਵਾਲੇ ਸਰੋਤੇ ਹੈ ਉਹਨਾਂ ਸਰੋਤਿਆਂ ਨੂੰ ਵੀ ਕਹਿ ਰਹੇ ਹੈ। ਇਹ ਦੋਵੇਂ ਢੰਗ ਨਾਲ ਹੀ ਅਰਥ ਲਾ ਲੈਣਾ, ਸਰੋਤਿਆਂ ਵੱਲ ਵੀ, ਮਨ ਦੇ ਪਰਥਾਏ ਵੀ ਤੇ ਜੀਵ ਦੇ ਪਰਥਾਏ ਵੀ। ਕਹਿੰਦੇ ਵੀ ਹੇ ਮਨਾ ਤਥਾ ਮੇਰੇ ਅੰਦਰਲੇ ਜੀਵ, ਹੇ ਸਰੋਤਾ ਜਨੋ, ਜੇ ਤੁਸੀਂ ਬਹੁਤ ਤਰ੍ਹਾਂ ਤਰ੍ਹਾਂ ਦੀ ਹਿਰਦੇ ਵਿੱਚ ਪਦਾਰਥਾਂ ਦੀ ਚਾਹਨਾ ਖਾਹਿਸ਼ ਹੈ, ਤੁਸੀਂ ਚਾਹੁੰਦੇ ਹੋ, ਸਤਿਗੁਰ ਚਰਨ ਸਰਿਓ। ਤੇ ਫਿਰ ਹੇ ਮੇਰੇ ਮਨਾ ਤੂੰ ਸਤਿਗੁਰੂ ਜੀ ਦੇ ਜਿਹੜੇ ਚਰਨ ਹੈ ਨਾ, ਗੁਰੂ ਨਾਨਕ ਸਾਹਿਬ ਜੀ ਦੇ, ਉਹਨਾਂ ਚਰਨਾਂ ਨੂੰ ਤੂੰ ਸਰੇਵਣਾ ਕਰ, ਉਹਨਾਂ ਚਰਨਾਂ ਦੀ ਸੇਵਾ ਕਰ। ਗੁਰੂ ਦੇ ਜਿਹੜੇ ਚਰਨਾਂ ਦਾ ਧਿਆਨ ਕਰਨਾ, ਧਿਆਨ ਲਾਉਣਾ, ਇਹੋ ਸੇਵਾ ਕਰਨੀ ਹੈ। ਜਿਹੜਾ ਕਿ ਧਿਆਨ ਲਾਉਣ ਵਿੱਚ ਧਿਆਨ ਨਾਲ ਧਿਆਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਚਰਨਾਂ ਉੱਪਰ ਮੱਥਾ ਟੇਕਣਾ, ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਸਾਹਿਬ ਜੀ ਦੀਆਂ ਪਰਿਕਰਮਾ ਕਰਨੀਆਂ। ਤੇ ਐ ਜਦੋਂ ਮੱਥਾ ਟੇਕਣਾ ਵੀ ਮੈਂ ਸਾਖਿਆਤ ਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਆਪਣਾ ਸੀਸ ਤੇ ਆਪਣੇ ਹੱਥ ਰੱਖੇ ਹੋਏ। ਇਸ ਤਰ੍ਹਾਂ ਗੁਰੂ ਜੀ ਦੇ ਜਿਹੜੇ ਚਰਨ ਹੈ ਉਹਨਾਂ ਦੀ ਤੂੰ ਸੇਵਾ ਕਰ। ਹੇ ਮਨਾ, ਹੇ ਅੰਦਰਲੇ ਜੀਵ, ਹੇ ਸਰੋਤਾ, ਕਥਾ ਸੁਣਨ ਵਾਲੇ, ਇਸ ਤਰ੍ਹਾਂ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਨੀ ਕਰੋ। ਜੇ ਹਿਰਦੇ ਵਿੱਚ ਬੇਅੰਤ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਚਾਹਨਾ ਖਾਹਿਸ਼ ਹੈ, ਜੀਵਤ ਪਾਵੋ ਸਰਬ ਸੁਖ। ਅੱਗੋਂ ਇਹ ਮਨ ਕਹਿੰਦਾ ਹੈ, ਅੰਦਰਲਾ ਜੀਵ ਕਹਿੰਦਾ ਹੈ, ਸਰੋਤਾ ਕਹਿੰਦਾ, ਕਥਾ ਸੁਣਨ ਵਾਲਾ, ਵੀ ਜੇ ਮੈਂ ਇਸ ਤਰ੍ਹਾਂ ਚਰਨ ਸਰੇਵਣਾ ਕਰਾਂਗਾ, ਗੁਰੂ ਦੇ ਚਰਨਾਂ ਦਾ ਧਿਆਨ ਕਰਾਂਗਾ, ਸੇਵਾ ਕਰਾਂਗਾ, ਤਾਂ ਫਲ ਕੀ ਮਿਲੂਗਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਜੀਂਦਿਆਂ
ਜਿੰਨਾ ਚਿਰ ਸੰਸਾਰ 'ਚ ਜਿਉਂਦਾ ਰਹੇਗਾ, ਜਿਉਂਦੇ ਜੀ ਸਾਰੇ ਸੁੱਖਾਂ ਨੂੰ ਹੀ ਪ੍ਰਾਪਤ ਕਰ ਲਓਗੇ, ਪਾਵੋਗੇ। ਤੇ ਸਾਰੇ ਜਿੰਨੇ ਸੁੱਖ ਹੈ ਸੰਸਾਰ ਦੇ, ਇਹ ਜੀਂਦੇ ਜੀ ਸੰਸਾਰ ਵਿੱਚ ਰਹਿੰਦੀ ਜਾਨ ਤੱਕ ਪਾਪ ਪ੍ਰਾਪਤ ਕਰ ਲਓਗੇ। ਅੰਤ ਮੁਕਤ ਕੋ ਲਿਓ, ਅੰਤ ਸਮੇਂ ਵੀ ਜਿਹੜਾ ਮੁਕਤੀ ਹੈ ਉਹਨੂੰ ਵੀ ਪ੍ਰਾਪਤ ਕਰ ਲਓਗੇ। ਇਹ ਨਹੀਂ ਵੀ ਕਿ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਰਹੋ, ਇਸ ਸੰਸਾਰ ਵਿੱਚ ਕੁਝ ਨਹੀਂ ਮਿਲਣਾ ਤੇ ਰਹਿੰਦਿਆਂ ਕੁਝ ਨਹੀਂ ਮਿਲਣਾ, ਅਖੀਰ ਨੂੰ ਮੁਕਤੀ ਮਿਲ ਜਾਏਗੀ। ਇਸ ਤਰ੍ਹਾਂ ਨਹੀਂ ਹੈ ਵੀ ਅੰਤ ਨੂੰ ਵੀ ਮੁਕਤੀ ਪ੍ਰਾਪਤ ਕਰ ਲਓਗੇ ਤੇ ਸੰਸਾਰ ਵਿੱਚ ਰਹਿੰਦਿਆਂ ਵੀ ਸਾਰੇ ਸੁੱਖ ਪ੍ਰਾਪਤ ਕਰੋਗੇ। ਕਿਉਂਕਿ ਮਨ ਦਾ ਸੁਭਾਅ ਹੈ ਆ ਬਾਰ-ਬਾਰ ਘੜੀ ਮਿੰਟ ਫੁਰਨੇ ਕਰਦਾ ਤੇ ਕਈ ਤਰ੍ਹਾਂ ਦੇ ਪਦਾਰਥ ਮੰਗਦਾ ਹੀ ਰਹਿੰਦਾ ਹੈ। ਇਹਨੂੰ ਕੁਝ ਨਾ ਕੁਝ ਚਾਹੀਦਾ ਹੀ ਚਾਹੀਦਾ ਹੈ। ਤੇ ਜਿਸ ਕਰਕੇ ਕਹਿੰਦੇ ਹੈ ਵੀ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਨ ਦਾ ਇਹ ਫਲ ਹੈ ਵੀ ਜਿੰਨਾ ਚਿਰ ਸੰਸਾਰ ਵਿੱਚ ਜਿਉਂਦਾ ਰਹੇਗਾ, ਹੇ ਜੀਵ, ਹੇ ਮਨਾ, ਤੇ ਤੈਨੂੰ ਸਾਰੇ ਸੁੱਖ ਹੀ ਮਿਲਣਗੇ, ਸਾਰੇ ਸੁੱਖ ਵੀ ਪਾ ਲਏਗਾ। ਅੰਤ ਵੇਲੇ ਵੀ ਜਿਹੜੀ ਹੈ ਉਹ ਮੁਕਤੀ ਪ੍ਰਾਪਤ ਕਰ ਲਓਗੇ। ਜਮ ਦੇ ਡੰਡਾ ਨਹੀਂ ਖਾਣਾ ਪਏਗਾ, ਜਮ ਦੀ ਮਾਰ ਨਹੀਂ ਪਏਗੀ। ਸ੍ਰੀ ਬਾਲਾ ਸੰਦਰਵਾਚ ਦੋਹਰਾ ਅਗਰਜ ਗਮਨੇ ਸ੍ਰੀ ਗੁਰੂ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਹੈ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਿੱਧਾਨਾਥਾਂ ਨਾਲ ਚਰਚਾ ਕਰਕੇ ਗਿਆਨਮਈ ਉਪਦੇਸ਼ ਦੇ ਕੇ ਸਮੇਰ ਪਰਬਤ ਤੋਂ ਅੱਗੇ ਚੱਲੇ ਐ। ਗਏ ਏਕ ਅਸਥਾਨ, ਇੱਕ ਮਹਾਨੀ ਅਸਥਾਨ ਤੇ ਗਏ ਐ। ਕਾਕ ਪਸੁੰਡ ਬੈਠੋ ਜਹਾਂ, ਜਿੱਥੇ ਕਾਕ ਬਸੁੰਡ ਨਾਮ ਦਾ ਵਿਹੰਗਮ ਸਾਧੂ ਬੈਠਾ ਹੋਇਆ ਸੀ। ਪੰਖਨ ਵਿਖੇ ਮਹਾਨ, ਜੋ ਪੰਖਣ ਕਹਿ ਲੋ ਭਾਵ ਪੰਛੀਆਂ ਵਿੱਚੋਂ ਮਹਾਨ, ਤੇ ਜਾਂ ਪੰਖਣ ਕਹੀਏ ਵਿਹੰਗਮਾਂ ਵਿੱਚੋਂ ਜੋ ਬੜਾ ਮਹਾਨ ਹੈ। ਅੱਜ ਜਿਹੜਾ ਕੋਈ ਘਰ-ਬਾਰ ਤਿਆਗ ਕੇ ਤੇ ਇੱਧਰ ਉੱਧਰ ਵਿਚਰੇ, ਇਸ ਤਰ੍ਹਾਂ ਸਮਾਂ ਹੀ ਆਪਣਾ ਗੁਜ਼ਾਰਾ ਕਰੇ, ਸਮਾਂ ਲੰਘਾਏ, ਤੇ ਫਿਰ ਜੋ ਪਰਮੇਸ਼ਰ ਵੱਲੋਂ ਹੀ ਪ੍ਰਾਪਤ ਹੋ ਜਾਏ ਉਸੇ ਨੂੰ ਹੀ ਸਤਿਨਾਮ ਵਾਹਿਗੁਰੂ ਕਹਿ ਕੇ ਛਕ ਛਕਾ ਲਏ, ਉਸੇ ਵਿੱਚ ਖੁਸ਼ ਰਹੇ। ਪਦਾਰਥਾਂ ਦਾ ਵੀ ਤਿਆਗ ਕੀਤਾ ਹੋਵੇ, ਕੋਈ ਚਾਹਨਾ ਨਾ ਹੋਏ, ਉਹਨੂੰ ਵਿਹੰਗਮ ਕਹਿੰਦੇ। ਫਿਰ ਜਿਸ ਤਰ੍ਹਾਂ ਜਿਹੜਾ ਕੋਈ ਇੱਕ ਥਾਂ ਨਾ ਰਹੇ ਤੇ ਆ ਜਿਹੜਾ ਪਾਣੀ ਦੇ ਪ੍ਰਵਾਹ ਵਾਂਗ ਚੱਲਦਾ ਹੀ ਰਹੇ, ਨਾ ਕਿਸੇ ਸਰੀਰ ਦਾ ਮੋਹ ਹੋਵੇ, ਨਾ ਕਿਸੇ ਸਥਾਨ ਨਾਲ ਹੀ ਮੋਹ ਮਮਤਾ ਹੋਵੇ, ਤੇ ਪੰਛੀਆਂ ਵਾਂਗ ਵਿਚਰੇ। ਜਿਵੇਂ ਪੰਛੀ ਹੁੰਦੇ ਆ, ਉਹ ਰਾਤ ਗੁਜ਼ਾਰਾ ਕਰਦੇ ਆ ਉੱਥੇ ਪੇੜ ਦੇ ਉੱਤੇ ਬੈਠ ਕਰਕੇ, ਦਿਨ ਚੜ੍ਹਦਿਆਂ ਹੀ ਉੱਡ ਕੇ ਚਲੇ ਜਾਂਦੇ, ਕੋਈ ਇੱਕ ਟਿਕਾਣਾ ਨਹੀਂ ਹੁੰਦਾ, ਜਿੱਥੇ ਜੀ ਕਰੇ ਉੱਥੇ ਡਾਰੀ ਮਾਰ ਕੇ ਚਲ ਜਾਂਦੇ। ਇਸੇ ਤਰ੍ਹਾਂ ਵਿਹੰਗਮ ਹੁੰਦੇ ਆ, ਉਹ ਵੀ ਵਿਚਰਦੇ ਪੰਛੀਆਂ ਵਾਂਗ ਹੀ, ਤੇ ਕਿਤੇ ਇੱਕ ਸਥਾਨ ਤੇ ਕੋਠੀ ਪਾ ਕੇ ਨਹੀਂ ਰਹਿੰਦੇ, ਕਦੀ ਕਿਤੇ ਕਿ ਥਾਂ ਨਾਲ ਮੋਹ ਨਹੀਂ ਹੈ ਵੀ ਇੱਥੇ ਰਹਿ ਪਈਏ, ਕਿਸੇ ਸਰੀਰ ਨਾਲ ਮੋਹ ਨਹੀਂ ਹੈ ਵੀ ਫਲਾਣਾ ਰਹਿੰਦਾ ਉਹਦੇ ਨਾਲ ਹੀ ਰਹਿ ਪਈਏ। ਉਸ ਨੂੰ ਜਿਹੜਾ ਵਿਹੰਗਮ ਕਿਹਾ ਜਾਂਦਾ ਹੈ। ਕਹਿੰਦੇ ਵੀ ਇਸ ਤਰ੍ਹਾਂ ਜੋ ਕਾਕ ਬਸੁੰਡ, ਇਹ ਬੜਾ ਤਿਆਗੀ ਵਿਹੰਗਮ ਸਾਧੂ ਸੀ, ਜਿੱਥੇ ਬੈਠਾ ਹੋਇਆ ਸਾਰੇ ਵਿਹੰਗਮਾਂ ਵਿੱਚੋਂ ਮਹਾਨ। ਚੌਪਈ ਬਹੁ ਵਿਹੰਗ ਹੈ ਅਨਗਨ ਜਹਵਾ, ਜਿੱਥੇ ਅਣਗਿਣਤੀ ਬਹੁਤ ਵਿਹੰਗਮ ਸਾਧੂ ਬੈਠੇ ਹੋਏ ਸੀ। ਇਹ ਕਾਕ ਬਸੁੰਡ ਵਾਲੇ, ਕਾਕ ਬਸੁੰਡ ਸਾਧੂ ਦੇ ਕੋਲ। ਕਾਕ ਪਸੁੰਡ ਬਿਰਾਜਾ ਤਹਵਾ, ਕਾਕ ਬਸੁੰਡ ਸਾਧੂ ਇਹਨਾਂ ਸਾਰੇ ਵਿਹੰਗਮ ਤਿਆਗੀਆਂ ਵਿਹੰਗਮਾਂ ਸਾਧੂਆਂ ਵਿੱਚ ਵਿਰਾਜ ਰਿਹਾ ਸੀ, ਬੈਠਾ ਹੋਇਆ ਸੀ। ਬੈਸਿਓ ਆਪ ਸਭਨ ਕੇ ਮਾਹੀ, ਸਾਰਿਆਂ ਹੀ ਉਹ ਵਿਹੰਗਮ ਸਾਧੂਆਂ ਵਿੱਚ
ਵਿਚਕਾਰ ਹੋ ਕੇ ਬੈਠਿਆ ਸੀ ਕਾਕ ਬਸੁੰਡ ਰਿਖੀ। ਉਚਰਤ ਕਥਾ ਪ੍ਰੇਮ ਉਰ ਜਾਹੀ। ਜਿਸ ਕਾਕ ਬਸੁੰਡ ਰਿਖੀ ਦੇ ਹਿਰਦੇ ਵਿੱਚ ਬਹੁਤ ਪ੍ਰੇਮ ਹੈ ਤੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਹੈ ਪ੍ਰੇਮ ਕਥਾ ਇਹ ਉਚਾਰ ਰਿਹਾ ਸੀ। ਸਾਰੇ ਵਿਹੰਗਮ ਸਾਧੂਆਂ ਨੂੰ ਉੱਥੇ ਬੈਠਾ ਹੋਇਆ ਇਹ ਸੁਣਾ ਰਿਹਾ ਸੀ। ਸਾਰੇ ਸੁਣ ਰਹੇ ਸਨ ਇਸ ਪਾਸੋਂ। ਸੁਨ ਹੈ ਪ੍ਰੀਤ ਸੋ ਸਰਬ ਵਿਹੰਗਾ। ਸਾਰੇ ਵਿਹੰਗਮ ਸਾਧੂ ਉਹ ਜਿਹੜੀ ਕਥਾ ਹੈ ਕਾਕ ਬਸੁੰਡ ਰਿਖੀ ਕਰ ਰਿਹਾ ਸੀ, ਬੜੇ ਪ੍ਰੇਮ ਪਿਆਰ ਨਾਲ ਹੀ ਸੁਣ ਰਹੇ ਸਨ। ਭਗਤ ਕਰਤ ਜਿਨ ਪ੍ਰੇਮ ਉਮੰਗਾ। ਜੋ ਬੜੀ ਪ੍ਰੇਮ ਨਾਲ ਹੀ ਭਗਤੀ ਕਰਦੇ ਆ ਪਰਮੇਸ਼ਰ ਦੀ, ਤੇ ਜਿਨ੍ਹਾਂ ਦੇ ਵਿੱਚ ਜਿਹੜਾ ਬਹੁਤ ਪ੍ਰੇਮ ਦਾ ਉਛਾਲ ਉੱਠ ਰਿਹਾ ਹੈ। ਵੈਸੇ ਜਾਏ ਤਹਾਂ ਸੁਖਕਾਰੀ। ਜਿੱਥੇ ਕਾਕ ਬਸੁੰਡ ਸਾਧੂ ਕਥਾ ਕਰ ਰਿਹਾ ਸੀ, ਸਾਰੇ ਸਾਧੂ ਆਲੇ ਦੁਆਲੇ ਬੈਠੇ ਹੋਏ ਸਨ ਤਿਆਗੀ, ਸੁੱਖਾਂ ਨੂੰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਉੱਥੇ ਜਾ ਬੈਠੇ। ਮੈਂ ਮਰਦਾਨਾ ਜਿਨ ਸੰਗਾਰੀ। ਭਾਈ ਬਾਲਾ ਜੀ ਕਹਿੰਦੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਜਿਨ੍ਹਾਂ ਸਤਿਗੁਰਾਂ ਨਾਲ, ਇੱਕ ਤੇ ਮੈਂ ਭਾਈ ਬਾਲਾ ਤੇ ਦੂਸਰਾ ਭਾਈ ਮਰਦਾਨਾ ਸੀ, ਕਥਾ ਕਰਨ ਤੇ ਹਟਗਾ ਜਬ ਹੀ। ਜਦੋਂ ਹੀ ਇਹ ਕਾਕ ਬਸੁੰਡ ਰਿਖੀ ਕਥਾ ਕਰਨ ਤੋਂ ਹਟ ਗਿਆ, ਭਾਵ ਕਥਾ ਦਾ ਭੋਗ ਪਾਇਆ ਇਸਨੇ। ਇਹ ਬੰਦਤ ਭੇ ਮਿਲ ਖਗ ਸਭ ਹੀ। ਸਾਰੇ ਵਿਹੰਗਮ ਸਾਧੂ ਮਿਲ ਮਿਲ ਕੇ ਇਸ ਕਾਕ ਬਸੁੰਡ ਰਿਖੀ ਜੋ ਮਹਾਨ ਕਥਾ ਕਰਦਾ ਹੈ ਉਹਦੇ ਚਰਨਾਂ ਉੱਪਰ ਨਮਸਕਾਰਾਂ ਕਰ ਰਹੇ ਸਨ, ਮੱਥੇ ਟੇਕ ਰਹੇ ਸੀ, ਧੰਨਵਾਦ ਕਰ ਰਹੇ ਸਨ। ਬਹੁਰੋ ਕੇਤਕ ਕਾਲ ਬਿਤਾਵਾ। ਮੋੜ ਜਿਹੜਾ ਕੁਝ ਕੁ ਸਮਾਂ ਬਤਾਇਆ ਇਸ ਨੇ। ਸ਼ਬਦ ਤਬ ਹੈ ਮਰਦਾਨੇ ਗਾਵਾ। ਉਸ ਵੇਲੇ ਜਦੋਂ ਇਹ ਰਿਖੀ ਨੂੰ ਕੱਲਿਆਂ ਬੈਠਿਆ ਹੋਇਆ ਕੁਝ ਕੁ ਸਮਾਂ ਬੀਤ ਗਿਆ, ਲੰਘਿਆ ਹੈ, ਭਾਈ ਮਰਦਾਨਾ ਜੀ ਦੇਖ ਰਹੇ ਸਨ। ਉਸ ਵੇਲੇ ਭਾਈ ਮਰਦਾਨਾ ਜੀ ਨੇ ਜਿਹੜਾ ਸ਼ਬਦ ਗਾਉਣਾ ਕੀਤਾ ਹੈ, ਜਿਹੜਾ ਸ੍ਰੀ ਰਾਗ ਦੇ ਵਿੱਚ ਆਉਂਦਾ ਹੈ ਕਿ ਰੇ ਮਨ ਹਰ ਸਿਉ ਐਸੀ ਪ੍ਰੀਤ ਕਰ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਉਹ ਸ੍ਰੀ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ। ਸੰਪਰਦਾਵਾਂ ਦੇ ਵਿੱਚ, ਟੀਕਿਆਂ ਵਿੱਚ ਭਾਵੇਂ ਇਹਦੀ ਉਥਾਨਕਾ ਨਹੀਂ ਲਿਖੀ ਹੋਈ, ਕੁਝ ਜਿਹੜੇ ਸੰਪਰਦਾਈ ਮਹਾਂਪੁਰਸ਼ ਉਹ ਦੱਸਦੇ ਵੀ ਭਾਈ ਮਰਦਾਨਾ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ ਸੀ ਜਿਹੜਾ ਸ੍ਰੀ ਰਾਗ ਮਹੱਲਾ ਪਹਿਲਾ, ਉਹ 59 ਅੰਗ 'ਤੇ ਆਉਂਦਾ ਹੈ ਕਿ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮ ਲੇਹ, ਲਹਿਰੀ ਨਾਲ ਪਛਾੜੀਏ ਭੀ ਬਿਕਸੇ ਅਸਨੇਹ, ਜਲ ਮਹਿ ਜੀਉ ਪਾਇ ਕੈ ਬਿਨ ਜਲ ਮਰਨ ਤਨੇਹ, ਮਨ ਰੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ, ਜਿਉ ਅਦਕੋ ਤਿਉ ਸੁਖ ਘਣੋ ਮਨ ਤਨ ਸ਼ਾਂਤ ਸਰੀਰ, ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੇ ਅਬ ਪੀਰ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤਰਿਕ ਮੇਹ, ਸਰ ਭਰ ਥਲ ਥਰੀ ਆਵਲੇ ਇੱਕ ਬੂੰਦਨਾ ਪਵਈ ਕੇਹ, ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇਹ। ਇਹ ਸ਼ਬਦ ਹੈ ਸ੍ਰੀ ਰਾਗ ਵਿੱਚ ਜਿਹੜਾ 10 ਪਦਿਆਂ ਦਾ ਆਉਂਦਾ ਹੈ। ਇਹ ਉਸ ਵੇਲੇ ਭਾਈ ਮਰਦਾਨਾ ਜੀ ਨੇ ਰਬਾਬ ਲੈ ਕੇ ਗਾਉਣਾ ਕੀਤਾ। ਦੋਹਰਾ ਸੁਨਤ ਸ਼ਬਦ ਭਾ ਪ੍ਰੇਮ ਤਿਹ। ਸੁਣਦਿਆਂ ਸਾਰੇ ਜਦੋਂ ਭਾਈ ਮਰਦਾਨਾ ਜੀ ਨੇ ਸ਼ਬਦ ਪੜ੍ਹਿਆ ਹੈ, ਸੁਰਾਂ ਵਿੱਚ ਸੁਰ ਮਿਲਾ ਕੇ, ਰਾਗਾਂ ਵਿੱਚ ਰਾਗ ਮਿਲਾ ਕੇ, ਬੜੀ ਸੋਹਣੀ ਆਵਾਜ਼ ਵਿੱਚ, ਉਸ ਵੇਲੇ ਜਿਹੜਾ ਕਾਕ ਬਸੁੰਡ ਰਿਖੀ ਦੇ ਹਿਰਦੇ ਵਿੱਚ ਬਹੁਤ ਪ੍ਰੇਮ ਉੱਠਿਆ ਹੈ। ਜਨ ਰਾਕਾਸ ਦੇਖ। ਜਨ ਰਾਕਾਸ ਦੇਖ, ਮਾਨੋ ਕਿ ਜਿਵੇਂ ਪੂਰਨਮਾਸ਼ੀ ਦਾ ਜਿਹੜਾ ਚੰਦਰਮਾ ਹੈ ਉਸ ਨੂੰ ਦੇਖ ਕੇ ਵਧਿਓ ਆਨੰਦ ਅਧਿਕ। ਆਨੰਦੋਦਿਤ ਅਧਿਕ, ਜਿਵੇਂ ਉਹ ਸਮੁੰਦਰ ਨੂੰ ਬੜਾ ਬਹੁਤਾ ਆਨੰਦ ਵੱਧਦਾ ਹੈ, ਉਸ ਵੇਲੇ ਭਾਈ ਮਰਦਾਨਾ ਜੀ ਨੇ
ਉਹ ਪੂਰਨਮਾਸ਼ੀ ਦੇ ਚੰਦਰਮਾ ਨੂੰ ਦੇਖ ਕੇ, ਜਦੋਂ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਦਾ ਹੈ ਉਸ ਵੇਲੇ ਸਮੁੰਦਰ 'ਚ ਬੜਾ ਆਨੰਦ ਵੱਧਦਾ ਹੈ। ਜਵਾਰ ਭਾਟੇ ਨਿਕਲਦੇ, ਪਾਣੀ ਬੜਾ ਉਛਲਦਾ ਹੈ। ਇਹ ਜਿਹੜੇ ਉੱਥੇ ਸਾਧੂ ਬੈਠੇ ਹੋਏ ਸੀ, ਇਹਨਾਂ ਸਾਰਿਆਂ ਦੇ ਉਸ ਵੇਲੇ ਆਨੰਦ ਦਾ ਸਮੁੰਦਰ ਹੀ ਵਧਿਆ ਉੱਠਿਆ ਹੈ, ਉਛਲਿਆ ਹੈ। ਲੱਗੀ ਸਮਾਦ ਵਿਸੇਖ। ਇੱਧਰ ਕਾਕ ਬਸੁੰਡ ਰਿਖੀ ਦੀ ਤੀ ਵਿਸ਼ੇਸ਼ ਕਰਕੇ ਬਹੁਤ ਤਗੜੀ ਸਮਾਧੀ ਲੱਗ ਗਈ ਉਸ ਵੇਲੇ ਸ਼ਬਦ ਸੁਣ ਕੇ। ਚੌਪਈ ਗਾਇਓ ਕਿਤਕ ਕਾਲ ਮਰਦਾਨੇ। ਭਾਈ ਮਰਦਾਨਾ ਜੀ ਨੇ ਉਸ ਸਮੇਂ ਜਿਹੜਾ ਕੁਝ ਕੁ ਸਮਾਂ ਇਹ ਸ਼ਬਦ ਗਾਇਆ। ਪੁਨ ਤੂਸ਼ਨ ਬੈਸਿਓ ਤਹ ਥਾਨੇ। ਫਿਰ ਉਸੇ ਥਾਂ ਤੇ ਭਾਈ ਮਰਦਾਨਾ ਚੁੱਪਚਾਪ ਹੋ ਕੇ ਬੈਠ ਗਿਆ। ਲੋਚਨ ਕਾਕ ਪਸੁੰਡ ਉਗਾਰੇ। ਇੱਧਰ ਕਾਕ ਬਸੁੰਡ ਸਾਧੂ ਦੀ ਜਿਹੜੀ ਸਮਾਧੀ ਖੁੱਲੀ ਹੈ ਤੇ ਜਿਹੜੇ ਨੇਤਰ ਉਹ ਖੋਲੇ ਉਗਾੜੇ ਹਨ। ਮਧੁਰ ਮ੍ਰਿਦੁਲ ਮੁਖ ਬਚਨ ਉਚਾਰੇ। ਮੁਖੋਂ ਫਿਰ ਬੜੇ ਕੋਮਲ ਤੇ ਮਿੱਠੇ ਬਚਨ ਕਹੇ ਐ। ਕਿਹ ਕੋ ਇਹੋ ਸ਼ਬਦ ਤੈ ਗਾਵਾ। ਉਹ ਇਸ਼ਾਰੇ ਜੇ ਨਾਲ ਹੀ ਕਿਹਾ ਵੀ ਭਗਤਾ ਜਿਹੜਾ ਤੂੰ ਸ਼ਬਦ ਗਾਇਆ ਵੀ ਉਹ ਕਿਸ ਦਾ ਇਹ ਸ਼ਬਦ ਹੈ ਜਿਹੜਾ ਤੂੰ ਗਾਇਆ ਹੁਣੇ ਹੁਣੇ। ਮਹਾ ਮੋਹ ਬਨ ਕੋ ਜਿਉਂਦਾ ਵਾ। ਇਹ ਤੇ ਜਿਹੜਾ ਮਹਾਨ ਮੋਹ ਹੈ, ਜਿਵੇਂ ਜੰਗਲ ਦੀ ਅਗਨੀ ਹੁੰਦੀ ਦਾਵਾ ਨਾਲ ਜੰਗਲ ਨੂੰ ਸਾੜ ਦਿੰਦੀ ਹੈ, ਇਹ ਮਹਾਨ ਮੋਹ ਨੂੰ ਹੀ ਨਾਸ ਕਰਨ ਵਾਲਾ ਹੈ ਸ਼ਬਦ। ਜਿਹ ਕੇ ਸੁਣਤਿਓ ਪ੍ਰੇਮ ਉਮੰਗਾ। ਜਿਸ ਨੂੰ ਸੁਣਦਿਆਂ ਹੀ ਮੇਰੇ ਤੇ ਹਿਰਦੇ ਵਿੱਚ ਬਹੁਤ ਪ੍ਰੇਮ ਉੱਠਿਆ, ਪ੍ਰੇਮ ਦਾ ਉਛਾਲਾ ਹੀ ਉਛਲਿਆ ਹੈ। ਰਾਗ ਵਿਖੈ ਗਾਇਓ ਹਿਤ ਸੰਗਾ। ਤੁਸਾਂ ਨੇ ਬੜੇ ਹਿੱਤ ਨਾਲ ਪ੍ਰੇਮ ਨਾਲ ਰਾਗ ਵਿੱਚ ਹੀ ਗਾਇਆ ਇਸ ਸ਼ਬਦ ਨੂੰ। ਤਿਹ ਕੋ ਨਾਮ ਬਤਾਵਹੁ ਮੋਹੀ। ਮੈਨੂੰ ਉਹਨਾਂ ਦਾ ਤੂੰ ਨਾਮ ਵੀ ਦੱਸ। ਭਗਤ ਰੰਗ ਮਹਿ ਰੰਗਿਓ ਹੋਹੀ। ਜਿਨ੍ਹਾਂ ਦਾ ਇਹ ਸ਼ਬਦ ਤੁਸਾਂ ਨੇ ਗਾਇਆ ਹੈ ਵੀ ਉਹ ਤੇ ਭਗਤੀ ਦੇ ਰੰਗ ਵਿੱਚ ਬਹੁਤ ਹੀ ਰੰਗੇ ਹੀ ਹੋਣਗੇ। ਸੁਨ ਮਰਦਾਨੇ ਬਚਨ ਬਖਾਨਾ। ਸੁਣ ਕਰਕੇ ਭਾਈ ਮਰਦਾਨਾ ਜੀ ਨੇ ਬਚਨ ਕਿਹਾ। ਸ੍ਰੀ ਨਾਨਕ ਪ੍ਰਭ ਸਭ ਗੁਣ ਖਾਨਾ। ਐ ਵੀ ਰਿਖੀ ਜੋ ਸ੍ਰੀ ਗੁਰੂ ਨਾਨਕ ਸਾਹਿਬ ਹੈ ਪਰਮੇਸ਼ਰ ਰੂਪ ਸਾਰੇ ਗੁਣਾਂ ਦੀ ਖਾਨ। ਇਨ ਕੋ ਸ਼ਬਦ ਇਹ ਜੋ ਗਾਵਾ। ਇਹਨਾਂ ਦਾ ਹੀ ਉਚਾਰਿਆ ਹੋਇਆ ਇਹ ਸ਼ਬਦ ਹੈ ਗੁਰਬਾਣੀ ਦਾ ਜੋ ਮੈਂ ਹੁਣੇ ਗਾਇਆ ਹੈ ਰਾਗਾਂ ਵਿੱਚ ਪਾ ਕੇ। ਨਿਰੰਕਾਰ ਅਵਤਾਰ ਸਹਾਵਾ। ਇਹ ਗੁਰੂ ਨਾਨਕ ਸਾਹਿਬ ਮਹਾਨ ਹੈ ਜੋ ਆਕਾਰ ਤੋਂ ਰਹਿਤ ਹੈ, ਨਿਰੰਕਾਰ ਪਰਮੇਸ਼ਰ ਉਸ ਦਾ ਅਵਤਾਰ ਸੋਭਨੀਕ ਹੈ, ਅਵਤਾਰ ਧਾਰ ਕੇ ਆਇਆ ਹੈ ਪਰਮੇਸ਼ਰ। ਕਾਕ ਪਸੁੰਡ ਸੁਨਿਓ ਇਵ ਕਾਨਾ। ਜਦੋਂ ਹੀ ਕਾਕ ਪਸੁੰਡ ਸਾਧੂ ਭਿਅੰਗਮ ਨੇ ਐਵੇਂ ਸੁਣਿਆ ਕੰਨਾਂ ਵਿੱਚ। ਤੂਰਨ ਆਏ ਚਰਨ ਲਪਟਾਨਾ। ਉਸੇ ਵੇਲੇ ਚੌਂਕੜਾ ਖੋਲ ਕੇ ਬੜੀ ਛੇਤੀ ਨਾਲ ਹੀ ਮਹਾਰਾਜ ਜੀ ਦੇ ਚਰਨਾਂ ਉੱਪਰ ਆ ਚੰਬੜਿਆ ਹੈ, ਚਰਨਾਂ ਦੇ ਨਾਲ ਲੱਗ ਗਿਆ ਹੈ ਇਹ ਕਾਕ ਬਸੁੰਡ ਰਿਖੀ। ਇਹ ਕੋ ਪਿਖ ਪੰਖੀ ਸਭ ਆਏ। ਇਸ ਆਪਣੇ ਮੁਖੀ ਕਾਕ ਬਸੁੰਡ ਸਾਧੂ ਨੂੰ ਦੇਖ ਕੇ ਜਿਹੜੇ ਨਾਲ ਦੇ ਸਾਰੇ ਸਨ ਸਾਧੂ ਬਿਹੰਗਮ ਉਹ ਵੀ ਸਾਰੇ ਆਏ। ਬੰਦਹ ਚਰਨ ਕਮਲ ਸੁਖ ਪਾਏ। ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਆ ਕੇ ਮੱਥੇ ਟੇਕਣ ਲੱਗੇ। ਮੱਥੇ ਟੇਕ ਟੇਕ ਕੇ ਸਭ ਨੇ ਬੜਾ ਸੁਖ ਪਾਇਆ। ਕਾਕ ਪਸੁੰਡ ਜੋਰ ਜੁਗ ਹਾਥਾ। ਉਸ ਵੇਲੇ ਕਾਕ ਬਸੁੰਡ ਰਿਖੀ ਆਪਣੇ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਦੋਵੇਂ ਹੱਥ ਜੋੜ ਕੇ ਬੋਲਿਓ ਬਚਨ ਪ੍ਰਭੂ ਕੇ ਸਾਥਾ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੜੇ ਪ੍ਰੇਮ ਵਿੱਚ ਹੀ ਆ ਕੇ ਬਚਨ ਬੋਲਿਆ ਹੈ। ਇਹ ਸੁਧ ਮੋਕੋ ਹੁਦੀ ਅਗਾਰੀ। ਮਹਾਰਾਜ ਹੈ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਆਉਣ ਦੀ ਜਿਹੜੀ ਖਬਰ ਹੈ ਉਹ ਮੈਨੂੰ ਪਹਿਲਾਂ ਹੀ ਹੈ ਸੀ। ਪ੍ਰਗਟ ਹਰ ਕਲ ਕਾਲ ਮਝਾਰੀ। ਉਹ ਮੈਨੂੰ ਪਹਿਲਾਂ ਹੀ ਤੁਹਾਡੇ ਆਉਣ ਦੀ ਖਬਰ ਸੀ ਕਿ
ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਆਪ ਹੀ ਪ੍ਰਗਟ ਹੋਵੇਗਾ, ਅਵਤਾਰ ਧਾਰੇਗਾ। ਜਾਉ ਬਿਲੋਕਨ ਰੂਪ ਕਿਰਪਾਲਾ। ਜਾਉ ਬਿਲੋਕਨ, ਉਹ ਜੋ ਕਿਰਪਾਲੂ ਸਰੂਪ ਹੈ ਪਰਮੇਸ਼ਰ, ਵੀ ਉਹਨਾਂ ਨੂੰ ਦੇਖਣ ਵਾਸਤੇ ਮੈਂ ਆਪ ਹੀ ਜਾਵਾਂਗਾ। ਯਹੀ ਚਾਹੇ ਥੀ ਹਿਰਦੇ ਵਿਸਾਲਾ। ਮਹਾਰਾਜ ਮੇਰੇ ਹਿਰਦੇ ਦੇ ਵਿੱਚ ਬੜੀ ਤਗੜੀ ਚਾਹਨਾ ਸੀ ਇਹ ਵੀ ਦਰਸ਼ਨ ਕਰਨ ਦੀ। ਦੇਵ ਯੋਗ ਤੇ ਆਏ ਸਮੀਪ। ਪਰ ਤੁਸੀਂ ਤੇ ਆ ਦੇਵ ਨੈਤੀ ਰੱਬ ਦੇ ਸਬੱਬੀ ਪਰਮੇਸ਼ਰ ਦੀ ਮਿਹਰ ਨਾਲ ਹੀ ਆਪ ਹੀ ਆ ਗਏ ਹੋ ਮੇਰੇ ਕੋਲ। ਦੀਨ ਦਰਸ ਬੇਦੀ ਕੁਲ ਦੀਪਾ। ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ, ਤੁਸੀਂ ਤੇ ਆਪ ਹੀ ਰੱਬ ਸਬੱਬੀ ਮੇਰੇ ਕੋਲ ਆ ਕੇ ਦਰਸ਼ਨ ਦਿੱਤਾ ਹੈ। ਕੀਨ ਮਨੋਰਥ ਪੂਰਨ ਮੇਰਾ ਜੋ ਬੜਾ ਲੰਬੇ ਸਮੇਂ ਦਾ ਮਨ ਦਾ ਫੁਰਨਾ ਖਿਆਲ ਸੀ ਉਹ ਅੱਜ ਪੂਰਾ ਕੀਤਾ ਤੁਸਾਂ। ਲੋਚਨ ਸੰਗ ਰੂਪ ਤਵ ਹੇਰਾ। ਜਿਸ ਦਾ ਸਦਕਾ ਆਪਣੇ ਨੇਤਰਾਂ ਨਾਲ ਤੁਹਾਡਾ ਮਹਾਨੀ ਸਰੂਪ ਦਾ, ਸੋਹਣੇ ਸਰੂਪ ਦਾ ਦਰਸ਼ਨ ਕੀਤਾ, ਦੇਖਿਆ ਹੈ। ਕਲੀ ਕਾਲ ਮਤ ਮੰਦ ਬਿਮੂਡਾ। ਇਹ ਜਿਹੜੇ ਕਲਯੁਗ ਦੇ ਸਮੇਂ ਵਿੱਚ ਮਹਾਰਾਜ ਜੀਵ ਹੈ ਬੜੇ ਮੂਰਖ ਹੈ, ਮੰਦੀ ਮਤ ਵਾਲੇ। ਧਰਮ ਭ੍ਰਿਸ਼ਟ ਤੇ ਮੋਹ ਅਰੂਡਾ। ਧਰਮ ਤੋਂ ਤੇ ਜਮਾ ਹੀ ਭ੍ਰਿਸ਼ਟ ਹੋਏ ਹੈ, ਮੋਹ ਵਿੱਚ ਫਸੇ ਹੋਏ ਹੈ। ਸਰਮ ਧਰਮ ਕਾ ਡੇਰਾ ਦੂਰੀ ਹੋਇਆ ਪਿਆ ਸਭ ਦਾ। ਤਿਨ ਕੋ ਦੇਨੇ ਹੇਤ ਸੋ ਪੰਥਾ। ਇਹੋ ਜਿਹੇ ਜਿਹੜੇ ਕਲਯੁਗ ਦੇ ਮੰਦੀ ਮਤ ਵਾਲੇ ਮੂਰਖ ਲੋਕ ਹੈ, ਮੋਹ ਵਿੱਚ ਫਸੇ ਹੋਏ ਆ, ਧਰਮ ਤੋਂ ਭ੍ਰਿਸ਼ਟ ਹੈ, ਮਹਾਰਾਜ ਉਹਨਾਂ ਨੂੰ ਤੁਸੀਂ ਆ ਸ੍ਰੇਸ਼ਟ ਰਸਤਾ ਦੇਣ ਵਾਸਤੇ, ਚੰਗਾ ਭਾਵ ਭਗਤੀ ਦਾ ਰਸਤਾ ਦੇਣ ਵਾਸਤੇ। ਹੋਵਨ ਹਿਰਦੇ ਕੁਮਤ ਕੀ ਗ੍ਰੰਥਾ। ਜਿਹੜੀ ਹਿਰਦੇ ਵਿੱਚ ਖੋਟੀ ਮਤ ਦੀ ਗੰਢ ਪਈ ਹੋਈ ਉਸ ਨੂੰ ਖੋਣ ਵਾਸਤੇ, ਉਹਨੂੰ ਖੋਲਣ ਵਾਸਤੇ, ਭੰਨਣ ਤੋੜਨ ਵਾਸਤੇ। ਧਰ ਪਰ ਨਰ ਸਰੀਰ ਕੋ ਧਾਰਾ। ਧਰਤੀ ਉੱਪਰ ਮਨੁੱਖ ਦਾ ਹੀ ਸਰੀਰ ਧਾਰਨਾ ਕੀਤਾ ਹੈ ਤੁਸੀਂ। ਤੀਨ ਲੋਕ ਕੇ ਤੁਮ ਆਧਾਰਾ। ਉਂਝ ਤੇ ਮਹਾਰਾਜ ਪਰਮੇਸ਼ਰ ਰੂਪ ਹੋਣੇ ਕਰਕੇ ਜਿਹੜੇ ਤਿੰਨੇ ਲੋਕ ਹੈ ਉਹਨਾਂ ਦਾ ਤੁਸੀਂ ਆਸਰਾ, ਉਹ ਤੁਹਾਡੇ ਆਸਰੇ ਚੱਲ ਰਹੇ ਐ। ਆਏ ਜੀ ਰਾਵਰ ਚਰਨਨ ਸ਼ਰਨਾ। ਅਸੀਂ ਤੇ ਇਹੀ ਕਹਿੰਦੇ ਆ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਚਰਨਾਂ ਵਿੱਚ ਆ ਜਾਏਗਾ, ਤੁਹਾਡੇ ਚਰਨਾਂ ਦੀ ਸ਼ਰਨ ਲੈ ਲਏਗਾ। ਕਿਉਂ ਨਾ ਤਰਾ ਜਗ ਜਨਮ ਰੋ ਮਰਨਾ। ਉਹ ਜਿਹੜੇ ਸੰਸਾਰ ਵਿੱਚ ਜੰਮ ਕੇ ਆਉਣਾ, ਮਰ ਕੇ ਜਾਣਾ, ਜੰਮਣ ਮਰ ਤੋਂ ਕਿਉਂ ਨਹੀਂ ਤਰੇਗਾ, ਉਹ ਕਿਉਂ ਨਹੀਂ ਪਾਰ ਪਵੇਗਾ ਜਿਹੜਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏਗਾ। ਕਰ ਹੈ ਬਚਨ ਤੁਮਰੇ ਜੋ ਕਮਾਵਨਾ। ਜੋ ਤੁਸਾਂ ਨੇ ਬਚਨਾਂ ਗੁਰਬਾਣੀ ਸ਼ਬਦ ਵਿੱਚ ਕਹੇ ਹੋਏ ਆ, ਜਿਹੜਾ ਵੀ ਇਹਨਾਂ ਬਚਨਾਂ ਨੂੰ ਕਮਾਉਣਾ ਕਰੇਗਾ। ਸੇ ਨਰ ਤੀਰਥ ਕਰਹਿ ਪਾਵਨਾ। ਉਹ ਮਨੁੱਖ ਆਪ ਦੇ ਪਵਿੱਤਰ ਐਸੇ ਹੋ ਜਾਣਗੇ, ਜਿਹੜੇ ਤੀਰਥਾਂ ਵਿੱਚ ਜਾਣਗੇ ਉਹ ਤੀਰਥ ਵੀ ਪਵਿੱਤਰ ਹੀ ਕਰ ਦੇਣਗੇ। ਜਿਸ ਮਹਿ ਸ਼ਕਤ ਗਿਆਨ ਕੀ ਰਾਖੀ। ਜਿਸ ਆ ਸ਼ਬਦ ਵਿੱਚ ਤੁਸਾਂ ਨੇ ਬ੍ਰਹਮ ਗਿਆਨ ਦੀ ਤਾਕਤ ਰੱਖੀ ਹੋਈ ਹੈ। ਤਿਹ ਪੜ ਕਿਉਂ ਨਾ ਹੋਏ ਗਤ ਕਾਂਖੀ। ਉਸ ਨੂੰ ਪੜ ਕੇ ਭਲਾ ਵੀ ਕਿਉਂ ਨਹੀਂ ਆ ਮੁਕਤੀ ਦੀ ਇੱਛਾ ਵਾਲਾ ਹੋਏਗਾ ਪੁਰਸ਼। ਦੋਹਰਾ ਸ੍ਰੀ ਨਾਨਕ ਬੋਲੇ ਤਬ ਹੈ। ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਬੋਲੇ ਐ। ਸਭ ਗੁਣ ਮੈਂ ਪ੍ਰਦਾਨ। ਐ ਵੀ ਕਾਕ ਬਸੁੰਡ ਸਾਧੂ, ਤੂੰ ਤੇ ਸਾਰੇ ਗੁਣਾਂ ਵਿੱਚ ਹੀ ਪ੍ਰਧਾਨ ਮੁਖੀ ਐ। ਭਗਤ ਨਿਰੰਤਰ ਕਰਤ ਹੋ। ਜਿਹੜੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਉਹ ਤੇ ਤੁਸੀਂ ਇੱਕ ਰਾਸੀ ਕਰਦੇ ਹੋ। ਸ਼ਰੋਤਨ ਵਿਖੈ ਮਹਾਨ। ਜਿਹੜੇ ਕੋਈ ਕਥਾ ਸੁਣਨ ਵਾਲੇ ਸਰੋਤੇ ਹੈ ਉਹਨਾਂ ਵਿੱਚੋਂ ਵੀ ਤੁਸੀਂ ਮਹਾਨ ਵੱਡੇ ਹੀ ਹੋ ਸਰੋਤੇ। ਸਤ ਗੁਰ ਦੀਨਾਨਾਥ ਜੀ। ਉਸ ਵੇਲੇ ਕਾਕ ਬਸੁੰਡ ਰਿਖੀ ਬੋਲਿਆ, ਕਹਿਣ ਲੱਗਾ ਮਹਾਰਾਜ ਸਤਿਗੁਰੂ
ਗਰੀਬਾਂ ਦੇ ਮਾਲਕ ਜੀ, ਕੀਜੈ ਮੋਹਿ ਵਸਹਾਏ। ਮੇਰੀ ਮਹਾਰਾਜ ਸਹਾਇਤਾ ਕਰੀਏ, ਮੇਰੇ ਤੇ ਕਿਰਪਾ ਕਰੀਏ। ਸਰੋਤੇ ਕਿਸ ਪ੍ਰਕਾਰ ਕੇ। ਸਰੋਤੇ ਮਹਾਰਾਜ ਜਿਹੜੇ ਕਥਾ ਸੁਣਨ ਵਾਲੇ ਉਹ ਕਿਸ ਪ੍ਰਕਾਰ ਦੇ ਹੁੰਦੇ ਆ, ਉਹ ਕਿੰਨੇ ਤਰ੍ਹਾਂ ਦੇ ਹੁੰਦੇ ਆ ਸਰੋਤੇ ਕਥਾ ਸੁਣਨ ਵਾਲੇ। ਕੀਜੈ ਮੋਹਿ ਬਤਾਏ। ਉਹ ਮੈਨੂੰ ਚੰਗੀ ਤਰ੍ਹਾਂ ਹੀ ਮਹਾਰਾਜ ਦੱਸ ਦਈਏ। ਚੌਪਈ ਸਰੋਤਾ ਜਗ ਮਹਿ ਪੰਜ ਪ੍ਰਕਾਰਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਕਾਕ ਵਸੁੰਡ ਰਖੀ ਜੀ, ਜਿਹੜੇ ਕਥਾ ਸੁਣਨ ਵਾਲੇ ਸਰੋਤੇ ਹੁੰਦੇ ਨਾ, ਉਹ ਜਗਤ ਦੇ ਵਿੱਚ 5 ਪ੍ਰਕਾਰ ਦੇ ਹੁੰਦੇ ਐ। ਸੋ ਹਾਂ ਤੁਮ ਸੋ ਕਰੋ ਉਚਾਰਾ। ਉਹ ਤੁਸਾਂ ਨੇ ਹੁਣ ਸਾਨੂੰ ਪੁੱਛ ਲਿਆ ਹੈ ਤੇ ਅਸੀਂ ਤੁਹਾਨੂੰ ਉਚਾਰਨ ਕਰਕੇ ਦੱਸਦੇ ਹਾਂ, ਸੁਣ ਲਓ ਧਿਆਨ ਨਾਲ। ਰਾਗ ਰਾਗਨੀ ਸਮਝਹਿ ਏਕਾ। ਇੱਕ ਤੇ ਪਹਿਲਾ ਸਰੋਤਾ ਤੇ ਇਹ ਹੈ 1 ਨੰਬਰ ਵਾਲਾ, ਵੀ ਉਹ ਕੀ ਕਰਦੇ ਵੀ ਰਾਗ ਰਾਗਣੀਆਂ ਹੀ ਸਮਝਦੇ ਆ। ਰਾਗ ਰਾਗਣੀਆਂ ਸਮਝਣ ਵਿੱਚ ਹੀ ਪ੍ਰੇਮ ਦਿੰਦੇ ਆ। ਉਹ ਸੁਣਦੇ ਆ ਵੀ ਇਹ ਕਿਹੜੇ ਰਾਗ 'ਚ ਗਾ ਰਿਹਾ, ਇਹ ਰਾਗ ਵਿੱਚ ਸ਼ਬਦ ਗਾ ਰਿਹਾ ਕਿ ਜਾਂ ਰਾਗਣੀ ਵਿੱਚ ਗਾ ਰਿਹਾ, ਫਿਰ ਸ੍ਰੀ ਰਾਗ ਵਿੱਚ ਗਾ ਰਿਹਾ ਕਿ ਭੈਰੋ ਰਾਗ 'ਚ ਗਾ ਰਿਹਾ, ਬਿਲਾਵਲ 'ਚ ਗਾ ਰਿਹਾ ਕਿ ਸੂਹੀ ਰਾਗਣੀ 'ਚ ਗਾ ਰਿਹਾ। ਉਹ ਰਾਗ ਰਾਗਣੀਆਂ ਨੂੰ ਸਮਝਦੇ ਐ ਪਹਿਲੇ ਸਰੋਤੇ। ਅਤੇ ਉਹ ਜਿਹੜਾ ਕੋਈ ਰਾਗ ਵਿੱਚ ਸ਼ਬਦ ਹੈ ਉਹਦੇ ਨਾਲ ਉਹ ਕੋਈ ਸੰਬੰਧ ਨਹੀਂ ਰੱਖਦੇ ਵੀ ਸ਼ਬਦ ਕੀ ਹੈ, ਉਹਦਾ ਅਰਥ ਕੀ ਹੈ, ਸਿਧਾਂਤ ਕੀ ਹੈ, ਤਾਤ ਪਰਜ ਕੀ ਹੈ, ਪ੍ਰਯੋਜਨ ਕੀ ਹੈ, ਉੱਧਰ ਨਹੀਂ ਉਹ ਧਿਆਨ ਰੱਖਦੇ। ਬਸ ਕਿਹੜੇ ਰਾਗ 'ਚ ਸ਼ਬਦ ਹੈ, ਕਿਹੜੀ ਰਾਗਣੀ 'ਚ ਸ਼ਬਦ ਹੈ, ਬਸ ਇਸੇ ਨੂੰ ਉਹ ਸਮਝਦੇ ਆ, ਜਾਣਦੇ ਸਮਝਦੇ ਹਨ। ਦੂਜੇ ਸੁਰ ਕਾ ਲਖਾ ਵਿਵੇਕਾ। ਦੂਜਾ ਜਿਹੜਾ ਸਰੋਤਾ ਉਹ ਇਸ ਪ੍ਰਕਾਰ ਹੈ ਵੀ ਸੁਰਾਂ ਦੇ ਗਿਆਨ ਨੂੰ ਜਾਣਦਾ ਹੈ, ਸੁਰਾਂ ਦੇ ਗਿਆਨ ਨੂੰ ਉਹ ਸਮਝਦਾ ਹੈ ਕਿ ਇਹ ਕਿਹੜੇ ਸੁਰ 'ਚ ਗਾ ਰਿਹਾ ਹੈ, ਇਹ ਸੁਰ ਵਿੱਚ ਗਾ ਰਿਹਾ ਕਿ ਜਾਂ ਬੇਸੁਰਾ ਹੀ ਗਾ ਰਿਹਾ ਹੈ। ਜੇ ਤਾਂ ਉਹ ਗਾਉਣ ਵਾਲਾ ਸ਼ਬਦ ਸੁਰ ਵਿੱਚ ਗਾਏ ਅਤੇ ਫਿਰ ਉਹ ਕਹਿੰਦਾ ਵੀ ਇਹਨੇ ਚੰਗੀ ਉਸਤਾਦ ਦੀ ਮਾਰ ਖਾਧੀ, ਚੰਗੀ ਕਮਾਈ ਕੀਤੀ। ਜੇ ਉਹ ਬੇਸੁਰਾ ਜਿਹਾ ਗਾਵੇ ਫਿਰ ਕਹਿੰਦਾ ਵੀ ਸ਼ਬਦ ਤੇ ਭਾਵੇਂ ਗਾ ਰਿਹਾ ਹੈ ਪਰ ਸੁਰ ਵਿੱਚ ਨਹੀਂ ਗਾ ਰਿਹਾ। ਅਤੇ ਗੁਰੂ ਸਾਹਿਬ ਜੀ ਕਹਿ ਰਹੇ ਵੀ ਦੂਸਰੇ ਸਰੋਤੇ ਉਹ ਹੈ ਜਿਹੜੇ ਸੁਰਾਂ ਦੇ ਗਿਆਨ ਨੂੰ ਹੀ ਜਾਣਦੇ ਵੀ ਇਹ ਸੁਰਾਂ ਵਿੱਚ ਗਾ ਰਿਹਾ ਕਿ ਜਾਂ ਬੇਸੁਰਾ ਗਾ ਰਿਹਾ ਹੈ। ਉਹ ਸੁਰ ਨੂੰ ਹੀ ਸਮਝਦੇ ਹੈ, ਸੁਰ ਦੇ ਗਿਆਨ ਵਿੱਚ ਹੀ ਪ੍ਰੇਮ ਰੱਖਦੇ ਹਨ। ਤੀਜੋ ਤਾਲ ਸੁਨਹਿ ਹਿਤ ਦਿਆ। ਤੇ ਤੀਸਰੇ ਆ ਜਿਹੜੇ ਸਰੋਤਾ ਉਹ ਤਾਲ ਸੁਣਨ ਵਿੱਚ ਹਿੱਤ ਦਿੰਦੇ ਆ, ਪ੍ਰੇਮ ਦਿੰਦੇ ਆ ਵੀ ਤਾਲ ਇਹ ਜੋੜੀ ਸਹੀ ਵੱਜ ਰਹੀ ਹੈ, ਮਰਦੰਗ ਸਹੀ ਵੱਜ ਰਿਹਾ ਹੈ, ਚਿਮਟਾ ਸਹੀ ਵੱਜ ਰਿਹਾ ਹੈ, ਇਹ ਛੈਣੇ ਸਹੀ ਵੱਜ ਰਹੇ ਹੈ, ਇਹ ਉਹ ਇਸ ਤਰ੍ਹਾਂ ਜਿਹੜਾ ਵੀ ਢੋਲ ਸਹੀ ਵੱਜ ਰਿਹਾ ਹੈ, ਉਹ ਇਸੇ ਵਿੱਚ ਹਿੱਤ ਦਿੰਦੇ ਆ। ਤੀਸਰਾ ਸਰੋਤਾ ਉਹ ਹੈ ਜਿਹੜੇ ਉਹਨਾਂ ਨਹੀਂ ਸੁਣਨਾ ਵੀ ਕੀ ਹੋ ਰਿਹਾ, ਵੀ ਹੋਰ ਕੀ ਕਹਿ ਰਿਹਾ, ਤਾਲ ਬਸ ਉਹਨਾਂ ਉਹ ਢੋਲ ਮਰਦੰਗ ਛੈਣੇ ਚਿਮਟਿਆਂ ਇਹਦੇ ਵਿੱਚ ਹੀ ਧਿਆਨ ਦੇਣਾ ਵੀ ਬਹੁਤ ਆਨੰਦ ਆ ਰਿਹਾ। ਤੀਸਰਾ ਸਰੋਤਾ ਹੈ ਜਿਹੜਾ ਤਾਲ ਸੁਣਨ ਵਿੱਚ ਹੀ ਹਿੱਤ ਦਿੰਦਾ, ਪ੍ਰੇਮ ਦਿੰਦਾ ਹੈ। ਚਤੁਰਥ ਬਾਦਿਤ ਤੇ ਰਸ ਲਿਆ। ਚੌਥਾ ਜਿਹੜਾ ਸਰੋਤਾ ਉਹ ਵਾਜਿਆਂ ਦੇ ਸਾਜ਼ ਵਿੱਚ ਹੀ ਰਸ ਲੈਂਦਾ ਹੈ। ਵਾਜੇ ਦੀ ਜਿਹੜੀ ਧੁਨੀ ਨਿਕਲਦੀ ਹੈ ਉੱਚੀ ਉੱਚੀ, ਉਹਦੇ ਵਿੱਚ ਹੀ ਰਸ ਲੈਂਦਾ ਚੌਥਾ ਸਰੋਤਾ। ਪੰਚਮ ਅਰਥ ਸ਼ਬਦ ਕੋ ਚੀਨਾ। ਪੰਜਵਾਂ ਜਿਹੜਾ ਸਰੋਤਾ ਉਹ ਮਹਾਨ ਹੈ ਜਿਹੜਾ ਸ਼ਬਦ ਨੂੰ ਸੁਣਦਾ ਹੈ, ਪਹਿਲਾਂ ਵੀ ਸ਼ਬਦ ਕੀ ਹੈ, ਫਿਰ ਸ਼ਬਦ ਨੂੰ ਸੁਣ ਕੇ ਉਹਦੇ ਅਰਥ ਨੂੰ ਚੀਣਦਾ ਸਮਝਦਾ ਹੈ। ਤਾਤ ਪਰਜ ਸਮਝੰਤ ਪਰਬੀਨਾ। ਫਿਰ ਉਹ ਸ਼ਬਦ ਪਹਿਲਾਂ ਸੁਣਦਾ ਹੈ ਪ੍ਰੇਮ ਦੇ ਕੇ, ਫਿਰ ਉਹਦਾ ਅਰਥ ਸਮਝਦਾ ਵੀ ਇਹਦਾ ਅਰਥ ਕੀ ਹੈ ਅਤੇ ਉਹਦਾ ਤਾਤ ਪਰਜ ਪ੍ਰਯੋਜਨ ਕੀ ਹੈ ਸ਼ਬਦ ਦਾ, ਉਹਦਾ ਜੋ ਸਿਧਾਂਤ ਕੀ ਹੈ ਸ਼ਬਦ ਦਾ। ਫਿਰ ਇਹ ਕੁਝ ਸਮਝ ਕੇ ਅਤੇ ਫਿਰ ਉਹ ਸਮਝੰਤ ਪਰਬੀਨਾ, ਉਹ ਸਿਆਣਾ ਸਰੋਤਾ ਕੀ ਕਰਦਾ ਹੈ, ਉਹ ਸ਼ਬਦ ਦਾ ਸੁਣ ਕੇ ਸਿਧਾਂਤ ਲੈ ਕੇ ਉਹਦੇ ਹਿਰਦੇ 'ਚ ਵੀ ਧਾਰਦਾ ਹੈ। ਇੱਕ ਤਾਂ ਹੁੰਦਾ ਨਾ ਵੀ ਅਰਥ ਵੀ ਸਮਝ ਲੈਣਾ, ਪ੍ਰਯੋਜਨ ਵੀ ਪਤਾ ਚੱਲ ਜਾਣਾ, ਸਿਧਾਂਤ ਦਾ ਵੀ ਪਤਾ ਚੱਲ ਜਾਣਾ,
ਪਰ ਉਹਨੂੰ ਸਮਝਣਾ ਨਾ, ਹਿਰਦੇ ਵਿੱਚ ਨਾ ਧਾਰਨਾ। ਉਹ ਜਿਹੜਾ ਮਹਾਨ ਸਰੋਤਾ ਦਾ ਤਾਤ ਪਰਜ ਪ੍ਰਯੋਜਨ ਸਿਧਾਂਤ ਸਮਝ ਕੇ ਚੰਗੀ ਤਰ੍ਹਾਂ ਹਿਰਦੇ ਵਿੱਚ ਵੀ ਧਾਰਦਾ ਹੈ, ਉਹ ਪ੍ਰਬੀਨ ਸਿਆਣਾ ਸਰੋਤਾ। ਸੋ ਸਭ ਹਿਨ ਤੇ ਲਖੋ ਮਹਾਨਾ। ਮਰਦਾਨਿਆ ਉਹ ਸਰੋਤਾ ਪੰਜਵਾਂ ਸਾਰਿਆਂ ਤੋਂ ਮਹਾਨ ਹੀ ਜਾਣ ਲੈ, ਜਿਹੜਾ ਵੀ ਪਹਿਲਾਂ ਸ਼ਬਦ ਸੁਣਦਾ ਧਿਆਨ ਦੇ ਕੇ, ਫਿਰ ਉਹਦੇ ਅਰਥ ਸਮਝਦਾ ਹੈ, ਅਰਥਾਂ ਤੋਂ ਬਾਅਦ ਦਾ ਪ੍ਰਯੋਜਨ ਸਮਝਦਾ ਹੈ, ਫਿਰ ਉਹਦਾ ਸਿਧਾਂਤ ਸਮਝਦਾ ਹੈ, ਫਿਰ ਉਹਨੂੰ ਹਿਰਦੇ 'ਚ ਧਾਰਦਾ, ਉਹ ਸਾਰਿਆਂ ਤੋਂ ਸਰੋਤਾ ਮਹਾਨ ਜਾਣ ਲੈ। ਅਰਥ ਸਮਝ ਕੇ ਗੁਣ ਤਸ ਜਾਨਾ। ਅੱਗੇ ਪਿੱਛੇ ਕਾਹਨੂੰ ਪੜਦਾ? ਸਮਝ ਅਰਥ ਸੁਖ ਪਾਏ, ਅਰਥ ਸਮਝ ਕੇ ਗੁਣ ਤਸ ਜਾਨਾ। ਉਹ ਅਰਥ ਸਮਝ ਕੇ ਤੇ ਫਿਰ ਉਹ ਸੁਗੜ ਸੁਜਾਨ ਸਰੋਤਾ ਉਹਦੀ ਵਿਚਾਰ ਕਰਦਾ ਹੈ। ਜਾਣਤੇ ਹਾਂ ਸਭ ਵਿਖੇ ਵਡੇਰੇ। ਇਸ ਵਾਸਤੇ ਵੀ ਕਾਕ ਪਸੁੰਡ ਦੇਖੀ, ਤੂੰ ਤੇ ਸਾਰੇ ਸਰੋਤਾਂ ਵਿੱਚੋਂ ਹੀ ਵਡੇਰਾ ਹੈ, ਮਹਾਨ ਹੈ। ਜਿਹਨੇ ਸ਼ਬਦ ਸੁਣਿਆ ਹੈ, ਫਿਰ ਉਹਦਾ ਅਰਥ ਸਮਝਿਆ, ਸਿਧਾਂਤ ਜਾਣ ਕੇ ਉਸੇ ਵੇਲੇ ਸਮਾਧੀ ਲਾ ਲਈ ਹੈ। ਸਮਝ ਅਰਥ ਸੁਖ ਪਾਏ ਕਨੇਰੇ। ਜਿਸ ਸ਼ਬਦ ਦੇ ਅਰਥ ਸਮਝ ਕੇ ਤੇ ਬਹੁਤ ਮਹਾਨੀ ਸੁਖ ਪਾਇਆ ਤੁਸਾਂ। ਪ੍ਰੇਮ ਭਗਤ ਮਹਿ ਨਿਤ ਮਨ ਲੀਨਾ। ਫਿਰ ਹੋਰ ਵੀ ਕਾਕ ਸੁੰਡ ਰਿਖੀ ਜੀ, ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਤੁਹਾਡਾ ਮਨ ਲੀਨ ਹੀ ਰਹਿੰਦਾ ਹਮੇਸ਼ਾ। ਚਿਰੰਜੀਵ ਹੋ ਅਧਿਕ ਪਰਬੀਨਾ। ਜਿਸ ਕਰਕੇ ਚਿਰੰਜੀਵੀ ਹੋ, ਲੰਬੇ ਸਮੇਂ ਤੋਂ ਹੀ ਜੀਵ ਰਹੇ ਹੋ ਤੇ ਬਹੁਤ ਸਿਆਣੇ ਵੀ ਹੋ। ਨਹੀਂ ਤੇ ਉਮਰ ਵੱਧ ਹੋ ਜੇ ਨਾ ਥੋੜ੍ਹੀ ਤੇ ਮੱਤ ਮਾਰੀ ਜਾਂਦੀ ਹੈ। 70 ਕਾ ਮਤਹੀਣ ਮਹਾਰਾਜ ਵੀ ਕਹਿੰਦੇ। ਤੇ ਨੈਨਹੁ ਨੀਰ ਬਹਿ ਤਨ ਖੀਨਾ ਭਏ ਕੇਸਤੂ ਦਵਾਨੀ। ਰੂਹ ਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰਹਿ ਬਨਾਨੀ। ਤੇ ਉਹ ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਵੀ ਤੁਸੀਂ ਤੇ ਮਹਾਨ ਹੋ, ਜਿਹੜੇ ਚਿਰੰਜੀਵੀ ਲੰਬੇ ਸਮੇਂ ਤੋਂ ਤੁਹਾਡਾ ਜੀਵਨ ਹੈ, ਜੀ ਰਹੇ ਹੋ ਤੇ ਫਿਰ ਬੜੇ ਸਿਆਣੇ ਵੀ ਹੋ। ਅਰਥ ਵਿਚਾਰ ਹੈ ਜੋ ਹਿਤ ਲਾਏ। ਜਿਹੜਾ ਵੀ ਕਾਕ ਬਸੁੰਡ ਰਿਖੀ ਆ ਹਿਤ ਪ੍ਰੇਮ ਲਾ ਕੇ ਅਰਥ ਵਿਚਾਰਦਾ ਹੈ, ਸਮਝਦਾ ਹੈ, ਸੋ ਸਰੋਤਾ ਰਸ ਸੋ ਤ੍ਰਿਪਤਾਏ। ਉਹ ਸਰੋਤਾ ਵਾਹਿਗੁਰੂ ਦੇ ਪ੍ਰੇਮ ਰਸ ਨਾਲ, ਸ਼ਬਦ ਦੇ ਰਸ ਨਾਲ ਰਜ ਜਾਂਦਾ, ਤ੍ਰਿਪਤ ਹੋ ਜਾਂਦਾ ਹੈ। ਔਰ ਜੇ ਸਰੋਤਾ ਚਾਰ ਪ੍ਰਕਾਰੇ। ਹੋਰ ਜਿਹੜੇ ਚਾਰ ਪ੍ਰਕਾਰ ਦੇ ਸਰੋਤੇ ਆ ਵੀ ਇੱਕ ਤੇ ਰਾਗ ਰਾਗੜੀਆਂ ਸਮਝਦੇ ਵੀ ਕਿਹੜੇ ਰਾਗ ਵਿੱਚ ਸ਼ਬਦ ਹੋ ਰਿਹਾ ਤੇ ਸ਼ਬਦ ਨਹੀਂ ਸੁਣਦੇ। ਤੇ ਇੱਕ ਜਿਹੜੇ ਦੂਸਰੇ ਆ ਉਹ ਸੁਰਾਂ ਦਾ ਗਿਆਨ ਰੱਖਦੇ ਆ। ਤੀਸਰੇ ਤਾਲਾਂ ਦਾ ਵੀ ਜੋੜੀ ਸਹੀ ਵੱਜ ਰਹੀ, ਚਿਮਟਾ ਸਹੀ ਵੱਜ ਰਿਹਾ। ਚੌਥੇ ਜਿਹੜੇ ਆ ਵਾਜੇ ਦਾ ਹੀ ਰਸ ਲੈਂਦੇ, ਸਾਜ਼ਾਂ ਦੀ ਧੁਨੀ ਦਾ ਹੀ। ਇਹ ਜਿਹੜੇ ਚਾਰ ਪ੍ਰਕਾਰ ਦੇ ਸਰੋਤੇ ਹਨ। ਸ਼ੀਲਰ ਖਾਨ ਬਿਖਾ ਹਿਤ ਧਾਰੇ। ਉਹਨਾਂ ਨੇ ਤੇ ਆ ਛਿਲੜਾ ਖਾਣ ਵਿੱਚ ਹੀ ਹਿਤ ਧਾਰਿਆ ਹੋਇਆ, ਪ੍ਰੇਮ ਧਾਰਿਆ ਹੋਇਆ। ਵੀ ਜਿਹੜਾ ਰਸ ਹੈ ਸ਼ਬਦ ਵਿੱਚ, ਸਿਧਾਂਤ ਰੂਪ ਰਸ, ਉਹ ਨਹੀਂ ਉਹ ਖਾਂਦੇ। ਤੇ ਛਿਲੜਾ ਖਾਣ ਵਿੱਚ ਹਿਤ ਧਾਰਿਆ ਵੀ ਬਾਰੀ ਬਾਰੀ ਉਹ ਸਾਜ਼ਾਂ ਵਿੱਚ ਹੀ ਚਿੱਤ ਲੱਗਾ ਹੋਇਆ, ਜੋੜੀਆਂ ਵਿੱਚ ਹੀ, ਸੁਰਾਂ ਵਿੱਚ ਹੀ। ਤੇ ਜਿਹੜਾ ਅਸਲ ਮਕਸਦ ਸੀ ਵੀ ਸ਼ਬਦ ਦੇ ਰਾਹੀਂ ਗਿਆਨ ਲੈਣਾ, ਉਹ ਤੇ ਉਹ ਲੈਂਦੇ ਨਹੀਂ ਹੈ, ਰਸ ਰੂਪ। ਤੇ ਛਿਲਣਾ ਖਾਣ ਰੂਪ ਬਾਹਰੀ ਤਾਲ ਮਰਦਾਂਗੀ ਸੁਣਦੇ ਹੈ। ਜਿਵੇਂ ਕੋਈ ਪੁਰਸ਼ ਕੇਲਾ ਦਾ ਗੁੱਦਾ ਜਿਹਾ ਤੇ ਖਾਵੇ ਨਾ, ਤੇ ਬਾਹਰ ਛਿਲੜਾ ਖਾਈ ਜਾਵੇ, ਤੇ ਉਹਨੂੰ ਕੀ ਪਤਾ ਲੱਗਣਾ ਕੇਲਾ ਕੈਸਾ ਹੈ। ਜੇ ਉਹ ਕਿੰਨੂ ਸੰਤਰੇ ਦੀ ਛਿਲੜਾ ਖਾਈ ਜਾਵੇ ਤੇ ਸੰਤਰੇ ਨੂੰ ਖਾਵੇ ਕੋਈ ਨਾ, ਤੇ ਉਹਨੂੰ ਕੀ ਰਸ ਪ੍ਰਾਪਤ ਹੋਣਾ। ਇੱਧਰ ਜਿਹੜਾ ਸ਼ਬਦ ਦਾ ਰਸ ਹੈ ਉਹ ਤੇ ਹੈ ਅੰਦਰ ਫਲ ਦੀ ਨਿਆਈ। ਤੇ ਜਿਹੜਾ ਛਿਲੜਾ ਵਾਂਗ ਖਿਲੜਾ ਕੌੜੀਆਂ, ਉਹ ਹੈ ਬਾਹਰੀ ਜਿਹੜੇ ਸੁਰ ਹਨ। ਤੇ ਜਿਹੜੇ ਚਾਰ ਪ੍ਰਕਾਰ ਦੇ ਸਰੋਤੇ ਉਹਦੇ ਛਿਲੜਾ ਖਾਣ ਵਿੱਚ ਹੀ ਹਿਤ ਧਾਰਦੇ ਆ, ਸਿਧਾਂਤ ਰੂਪ ਰਸ ਨੂੰ ਨਹੀਂ ਚਖਣਾ ਜਾਣਦੇ। ਫੋਕਟ ਕੇ ਰਸ ਮਹਿ ਫਸ ਗਏ। ਐਵੇਂ ਫੋਕਟੀ ਰਸਾਂ ਦੇ ਵਿੱਚ ਫਸ ਫੁਸ ਗਏ ਇਹੋ ਜਿਹੇ ਸਰੋਤੇ। ਅੰਤਰ ਰਸ ਨਹ ਚੀਨਤ ਭਏ। ਅੰਦਰਲਾ ਜਿਹੜਾ ਰਸ ਹੈ
ਸ਼ਬਦ ਦਾ ਸਿਧਾਂਤ ਪ੍ਰਯੋਜਨ ਉਹਨੂੰ ਤੇ ਜਾਣਦੇ ਨਹੀਂ ਹਨ। ਸਤ ਸੰਗਤ ਕੋ ਰਸ ਤੁਮ ਚੀਨੋ। ਕਾਕ ਬਸੁੰਡ ਸਾਧੂ ਜੀ ਤੁਸਾਂ ਨੇ ਤੇ ਪਰਮੇਸ਼ਰ ਦੀ ਸਤ ਸੰਗਤ ਵਿੱਚ ਹੀ ਰਸ ਜਾਣਿਆ ਹੈ। ਵਡ ਚਰੰਜੀਵੀ ਪਦ ਕੋ ਲੀਨੋ। ਜਿਸ ਕਰਕੇ ਚਿਰੰਜੀਵੀ ਬਹੁਤ ਵੱਡੀ ਉਮਰ ਦਾ ਹੀ ਜਿਹੜਾ ਪਦਵੀ ਨੂੰ ਲਿਆ ਹੈ ਤੁਸਾਂ। ਸੁਨ ਇਵ ਸ਼ਰਾਨ ਵਿਖੇ ਮਰਦਾਨਾ। ਜੋ ਗੁਰੂ ਸਾਹਿਬ ਜੀ ਕਾਕ ਬਸੁੰਡ ਰਿਖੀ ਨੂੰ ਕਹਿ ਰਹੇ ਸਨ, ਇੱਧਰ ਭਾਈ ਮਰਦਾਨਾ ਜਿਹੜਾ ਹੈ ਇਵੇਂ ਮਹਾਰਾਜ ਜੀ ਦੇ ਬਚਨਾਂ ਨੂੰ ਕੰਨਾਂ ਵਿੱਚ ਸੁਣ ਕਰਕੇ ਹਿਤ ਬੂਜਨ ਕੇ ਬਚਨ ਬਖਾਨਾ। ਸਤਿਗੁਰੂ ਜੀ ਨੂੰ ਪੁੱਛਣ ਵਾਸਤੇ ਬਚਨ ਕਿਹਾ। ਰੇਖ ਜੀ ਉਚਰੋ ਬੈਸ ਪਰਮਾਨੇ। ਐਵੇਂ ਕੰਨਾਂ ਵਿੱਚ ਸੁਣ ਕੇ ਤੇ ਕਾਕ ਬਸੁੰਡ ਰਿਖੀ ਨੂੰ ਪੁੱਛਣ ਵਾਸਤੇ ਭਾਈ ਮਰਦਾਨਾ ਜੀ ਨੇ ਬਚਨ ਕਿਹਾ ਵੀ ਹੇ ਕਾਕ ਬਸੁੰਡ ਰਿਖੀ ਜੀ, ਆ ਤੁਹਾਡੀ ਜਿਹੜੀ ਵੀ ਉਮਰ ਦਾ ਪ੍ਰਮਾਣ ਹੈ, ਅੰਦਾਜ਼ਾ ਉਹ ਕਿੱਥੋਂ ਕੁ ਤੱਕ ਹੈ ਦੱਸੋ। ਤੁਮ ਦੇਖਤ ਜੁਗ ਕਿਤਕ ਬਿਆਨੇ। ਤੁਹਾਡੇ ਵੀ ਜੇ ਦੇਖਦਿਆਂ ਦੇਖਦਿਆਂ ਕਿੰਨੇ ਕੁ ਜਿਹੜੇ ਯੁੱਗ ਹੈ ਉਹ ਬੀਤ ਗਏ, ਲੰਘ ਗਏ ਹਨ। ਕਾਕ ਬਸੁੰਡ ਬਚਨ ਤਬ ਕਹੈ। ਕਾਕ ਬਸੁੰਡ ਬਿਹੰਗਮ ਸਾਧੂ ਉਸ ਵੇਲੇ ਨਾ ਬਚਨ ਕਹੇ। ਅਪਰਮਾਨ ਬੈਸ ਮਮ ਹੈ। ਐ ਵੀ ਭਾਈ ਮਰਦਾਨਾ ਜਿਹੜੀ ਮੇਰੀ ਉਮਰ ਹੈ ਨਾ ਉਹਦੇ ਪ੍ਰਮਾਣ ਤੋਂ ਰਹਿਤ ਬਿਆੰਤੀ ਉਮਰ ਹੈ ਸਾਡੀ। ਦੋਹਰਾ ਜੋਗ ਸਹੰਸਰ ਬੀਤਾ ਜਬ ਹੀ। ਦੱਸਣ ਲੱਗੇ ਉਮਰ ਕਹਿੰਦੇ ਜਦੋਂ ਆ ਹਜ਼ਾਰਾਂ ਯੁੱਗ ਬੀਤ ਜਾਂਦੇ ਹੈ, 4 ਯੁੱਗਾਂ ਦੀ ਉਮਰ 43,20,000 ਹੈ ਤੇ 4 ਯੁੱਗਾਂ ਦੀ ਜੋ 4 ਯੁੱਗ ਪੂਰੇ ਹੋ ਜਾਣ ਤੇ ਇੱਕ ਚੌਂਕੜੀ ਹੁੰਦੀ ਹੈ। ਇਹੋ ਜਿਹੀ 1000 ਚੌਂਕੜੀ ਬੀਤੇ ਤੇ ਫਿਰ ਜਾ ਕੇ ਜਿਹੜਾ ਹੈ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ। ਦੱਸ ਰਹੇ ਕਹਿੰਦੇ ਵੀ ਹੇ ਮਰਦਾਨਾ ਜੀ, ਜਿਹੜੇ ਯੁੱਗਾਂ ਦੇ ਹਜ਼ਾਰ ਹੀ ਯੁੱਗ ਬੀਤ ਜਾਣ, ਭਾਵ 1000 ਚੌਂਕੜੀ ਜਦੋਂ ਬੀਤ ਜਾਂਦੀ ਲੰਘ ਜਾਂਦੀ ਹੈ। ਇੱਕ ਦਿਵਸ ਬਿਦ ਹੋਏ। ਬ੍ਰਹਮਾ ਦਾ ਉਸ ਵੇਲੇ ਇੱਕ ਦਿਨ ਹੁੰਦਾ ਹੈ, ਜਿਵੇਂ ਸਾਡੇ ਆ 12 ਘੰਟਿਆਂ ਦਿਨ ਹੁੰਦਾ ਹੈ, ਇਵੇਂ ਬ੍ਰਹਮਾ ਦਾ ਇੱਕ ਦਿਨ ਹੀ ਹੁੰਦਾ। ਉਹ ਤਿਹ ਕੇ ਸਮ ਪੁਨਰ ਨ ਹੁਐ। ਉਸੇ ਦੇ ਸਮਾਨ ਹੀ ਫਿਰ ਜਦੋਂ ਰਾਤ ਹੋ ਜਾਂਦੀ ਹੈ, ਕਿਵੇਂ ਵੀ 1000 ਚੌਂਕੜੀ ਦਾ ਦਿਨ ਤੇ 1000 ਚੌਂਕੜੀ ਦੀ ਰਾਤ, 2000 ਚੌਂਕੜੀ ਜਦੋਂ ਬੀਤ ਜਾਂਦੀ ਹੈ ਤੇ ਫਿਰ ਬ੍ਰਹਮਾ ਦਾ ਰਾਤ ਦਿਨ ਬਣਦਾ ਹੈ। 1000 ਚੌਂਕੜੀ ਦੀ ਜਦੋਂ ਰਾਤ ਹੋ ਜਾਂਦੀ ਹੈ, ਮਾਸਾ ਇਹ ਬਿਦ ਜੋਏ। ਫਿਰ ਬ੍ਰਹਮਾ ਦਾ ਇੱਕ ਦਿਨ ਪੂਰਾ ਬਣਦਾ 24 ਘੰਟਿਆਂ ਮੁਤਾਬਕ। ਰਾਤ ਦਿਨ 2000 ਚੌਂਕੜੀ ਬੀਤੇ ਤੇ ਬਣਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਜਿਹੜਾ ਬ੍ਰਹਮਾ ਦਾ ਹੈ 1 ਮਹੀਨਾ ਬੀਤਦਾ ਐਸੇ ਦਿਨਾਂ ਦਾ। ਜੋ ਪਈ ਇਸ ਪ੍ਰਕਾਰ ਕੇ ਸਹਸ ਬਰਖ ਜਬ। ਇਸੇ ਤਰ੍ਹਾਂ ਦੇ ਜਦੋਂ 100 ਸਾਲ ਬੀਤ ਜਾਂਦੇ ਐਸੇ ਦਿਨਾਂ ਦੇ, ਇਹੋ ਜਿਹੇ ਦਿਨਾਂ ਦਾ 2000 ਚੌਂਕੜੀ ਦਾ ਇੱਕ ਦਿਨ ਤੇ ਫਿਰ ਉਹ ਦਿਨਾਂ ਦੇ ਮਹੀਨੇ ਤੇ ਉਹ ਦਿਨਾਂ ਦੇ 1 ਸਾਲ। ਉਹ 1 ਸਾਲ ਜਦੋਂ ਪੂਰਾ ਹੁੰਦਾ ਹੈ, ਬ੍ਰਹਮਾ ਦਾ ਜਿਹੜਾ ਦਿਵ ਜਾ ਕੇ ਬਣਦਾ ਤੇ 100 ਜਦੋਂ ਇਹੋ ਜਿਹਾ ਸਾਲ ਬੀਤ ਜਾਂਦਾ ਹੈ, ਬੀਤਾ ਬੈਸ ਵਿਧਾਤੇ ਕੀ ਤਬ। 100 ਸਾਲ ਬੀਤਣ ਤੋਂ ਬਾਅਦ ਬ੍ਰਹਮੇ ਦੀ ਉਮਰ ਲੰਘਦੀ ਬੀਤਦੀ ਹੈ। ਮੁਝ ਦੇਖਤ ਕੇਤੇ ਬਿਦ ਮਰੇ। ਕਹਿਣ ਲੱਗੇ ਹੈ ਭਾਈ ਮਰਦਾਨਾ, ਮੇਰੇ ਦੇਖਦਿਆਂ ਦੇਖਦਿਆਂ ਇਹੋ ਜਿਹੇ ਕਈ ਬ੍ਰਹਮਾ ਜਿਹੜੇ ਮਰ ਖਪ ਗਏ ਐ। ਕਈ ਵਾਰ ਜਗ ਪਰਲ ਕਰੇ। ਜਦੋਂ ਬ੍ਰਹਮਾ ਮਰਦਾ ਉਦੋਂ ਪਰਲੇ ਜਿਹੜੀ ਹੋ ਜਾਂਦੀ, ਜਦੋਂ ਰਾਤ ਪੈਂਦੀ ਬ੍ਰਹਮਾ ਦੀ ਉਦੋਂ ਅਮਾਂਤਰ ਪਰਲੇ ਹੁੰਦੀ, ਪਰ ਜਦੋਂ ਬ੍ਰਹਮਾ ਦਾ ਨਾਸ ਹੁੰਦਾ ਉਦੋਂ ਮਹਾਂ ਪਰਲੇ ਹੁੰਦੀ ਹੈ।
ਕਹਿੰਦੇ ਵੀ ਕਈ ਵਾਰ ਜੁਗਾਂ ਦੀ ਪਰਲੋਕ ਕੀਤੀ ਹੈ ਮੇਰੇ ਸਾਹਮਣੇ। ਕੋਨ ਵਿਦ ਜਨਮ ਜਗਤ ਉਪਜਾਵੈ। ਫਿਰ ਬ੍ਰਹਮਾ ਜਿਹੜਾ ਜਨਮ ਲੈਂਦਾ ਹੈ, ਜਨਮ ਲੈ ਕੇ ਤੇ ਸੰਸਾਰ ਪੈਦਾ ਕਰਦਾ ਹੈ। ਜੜ ਜੰਗਮ ਸੁਰ ਅਸੁਰ ਬਣਾਵੈ। ਜੜ ਜੰਗਮ ਬਣਾਉਂਦਾ ਹੈ, ਜੜ ਜਿਹੜੇ ਪੱਥਰ ਹੈ ਇੱਕ ਥਾਂ ਟਿਕੇ ਰਹਿਣ ਵਾਲੇ ਰੁੱਖ ਆਦਿਕ ਇਹ ਬਣਾਉਂਦਾ ਹੈ। ਜੰਗਮ ਤੁਰੇ ਫਿਰਨ ਵਾਲੇ ਜੀਵ ਪੰਛੀ ਜਿੰਨੇ ਵੀ ਜੀਵ ਜੰਤੂ ਹਨ ਇਹ ਬਣਾਉਂਦਾ ਹੈ। ਦੇਵਤੇ ਬਣਾਉਂਦਾ ਹੈ, ਅਦੈਂਤ ਬਣਾਉਂਦਾ ਹੈ। ਨਾਨਾ ਬਿਦ ਕੀ ਰਚਨ ਰਚਾਏ। ਨਾਨਾ ਤਰ੍ਹਾਂ ਦੀ ਜਿਹੜੀ ਰਚਨਾ ਫਿਰ ਉਸ ਨੂੰ ਰਚਦਾ ਬ੍ਰਹਮਾ ਜਨਮ ਲੈ ਕੇ। ਐਸੇ ਬਿਦ ਬਿਨਸੈ ਉਪਜਾਏ। ਇਸ ਤਰ੍ਹਾਂ ਜਿਹੜਾ ਬ੍ਰਹਮਾ ਪੈਦਾ ਹੁੰਦਾ ਹੈ ਨਾਲ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਫਿਰ ਬ੍ਰਹਮਾ ਮਰਦਾ ਬਿਨਸ ਜਾਂਦਾ ਹੈ, ਨਾਲ ਹੀ ਜਿਹੜੀ ਸ੍ਰਿਸ਼ਟੀ ਉਹ ਬਿਨਸ ਹੋ ਜਾਂਦੀ, ਨਾਸ ਹੋ ਜਾਂਦੀ ਹੈ। ਹਮਰੇ ਦੇਖਤ ਕੀਤੇ ਗਏ। ਐ ਵੀ ਭਾਈ ਮਰਦਾਨਾ ਸਾਡੇ ਦੇਖਦਿਆਂ ਦੇਖਦਿਆਂ ਕਿੰਨੇ ਇਹ ਜਿਹੜੇ ਯੁੱਗ ਬੀਤ ਗਏ ਹੈ, ਕਿੰਨੇ ਬ੍ਰਹਮੇ ਚਲੇ ਗਏ ਹੈ, ਕਿੰਨੀਆਂ ਜਿਹੜੀਆਂ ਇਹ ਸ੍ਰਿਸ਼ਟੀਆਂ ਲੰਘ ਗਈਆਂ ਹਨ ਮਹਾਪਰਲੇ ਹੋ ਕੇ। ਬਾਹਰ ਬਾਹਰ ਜਗ ਉਪਜਤ ਭਏ। ਮੁੜ ਮੁੜ ਜਗਤ ਪੈਦਾ ਹੁੰਦਾ ਹੈ ਤੇ ਬ੍ਰਹਮੇ ਪੈਦਾ ਹੁੰਦੇ ਹੈ। ਬੈਠ ਇਹਾਂ ਮੈਂ ਹਰ ਗੁਣ ਗਾਵਾਂ। ਕਹਿੰਦੇ ਇੰਨਾ ਕੁਝ ਬੀਤ ਗਿਆ ਪਰ ਮੈਂ ਫਿਰ ਵੀ ਇੱਥੇ ਬੈਠਾ ਹੋਇਆ ਹਰੀ ਪਰਮੇਸ਼ਰ ਦੇ ਗੁਣ ਹੀ ਗਾਉਂਦਾ ਹਾਂ। ਧਿਆਨ ਧਰਾਂ ਔਰ ਬਹੁ ਸੁਖ ਪਾਵਾਂ। ਧਿਆਨ ਧਰਦਾ ਹਾਂ ਤੇ ਬਹੁਤ ਸੁਖ ਪਾਉਂਦਾ ਹਾਂ। ਦੋਹਰਾ ਮਰਦਾਨਾ ਬਿਸਮਿ ਸੁਨਤ। ਇੰਨੀ ਤਕੜੀ ਉਮਰ ਵੇਖ ਕੇ ਕਾਕ ਬਸੁੰਡ ਰਿਖੀ ਦੀ ਤੇ ਭਾਈ ਮਰਦਾਨਾ ਤੇ ਅਚਰਜ ਹੋ ਗਿਆ ਸੁਣ ਕੇ। ਭੂਸ਼ਣ ਪਾਤਿਹ ਕਾਲ। ਉਸ ਵੇਲੇ ਤੇ ਚੁੱਪਚਾਪ ਹੀ ਕਰ ਗਿਆ ਵੀ ਇੰਨੀ ਤਕੜੀ ਉਮਰ। ਭੂਜਨ ਹਿਤ ਮਹਿ ਬੋਲਿਓ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਪੁੱਛਣ ਵਾਸਤੇ ਕਾਕ ਬਸੁੰਡ ਰੇਖੀ ਨੂੰ ਮੈਂ ਬੋਲਿਆ। ਸੁਨ ਸ੍ਰੀ ਅੰਗਦ ਦਿਆਲ। ਗੁਰੂ ਅੰਗਦ ਦੇਵ ਸਾਹਿਬ ਦਿਆਲੂ ਕਿਰਪਾਲੂ ਮਹਾਰਾਜ ਜੀ ਅੱਗੇ ਸੁਣੀਏ ਵੀ ਮੈਂ ਕਾਕ ਬਸੁੰਡ ਰੇਖੀ ਨੂੰ ਪੁੱਛਣ ਵਾਸਤੇ ਫਿਰ ਮੈਂ ਭਾਈ ਬਾਲਾ ਬੋਲਿਆ। ਅੱਗੇ ਜਿਵੇਂ ਉਹ ਭਾਈ ਬਾਲਾ ਜੀ ਕਥਨ ਕਰਨਗੇ ਕਾਕ ਬਸੁੰਡ ਰੇਖੀ ਨਾਲ ਬਚਨ ਵਿਲਾਸ ਕਰਨਗੇ ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਿਚਾਰਾਂ ਦੀ ਸਮਾਪਤੀ ਹੈ। ਮਰਦਾਨਾ ਬਿਸਮਿ ਸੁਨਤ ਤੂਸ਼ਨ ਪਾਤਿਹ ਕਾਲ। ਭੂਜਤ ਹਿਤ ਮੈਂ ਬੋਲਿਓ। ਸੁਨ ਸ੍ਰੀ ਅੰਗਦ ਦਿਆਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।